वाहिगुरु जी का खालसा वाहिगुरु जी की फतेह। सतगुरां दी साजी और नवाजी जुगो जुग अटल श्री गुरु ग्रंथ साहिब जियां दी निगी गोद विच जुड़ बैठी गुरु रूप साध संगत जीओ। गुरु कृपा सदका दूरों नेड़े चल करके सर्दी की बरसात विच भी आप सतगुरां दे चरनां च जुड़ बैठे हो। आओ इस समय को सफला बनाइए। गुर इतिहास के पावन प्रसंगां दे विचों आप जी ने सरवण कीता सी भगत प्रहलाद जी अपने मुखार बिंद तो पुरातन कथा नूं सुना रहे हैं कि वे उन्हां दे पिता हिरण्यकश्यप ने तप करके एक प्रण कीता। मैं विष्णु दे भगतां दा धरती तो खुरा खोज मिटा देंगा। गऊ ब्राह्मण साध फकीर इन्हां दा कतलेआम राक्षसां दे शुरू कर दिता। राज भाग छड़ के हिरण्यकश्यप मध्याचल पर्वत की शिखर ते जाके पैर दे एक अंगूठे ते खड़ के हजारां सालां तो कठिन तप करदा रहा। ऐसा घोर तप ना किसी ने कीता ते ना किसी ने करना सी। धरती ते भुचाल आने शुरू हो गए, तारे टुट टुट आसमान तो डिगदे ने, समुद्रां दे विच सुनामियां आउणियां शुरू हो गईयां, जीवन अस्त व्यस्त होया। परलो आउंदी है, धरती ते लोग परेशान, स्वर्गां विच देवते दुखी। कई साल ते इहो समझ नहीं आया भी ये आफत क्यों आ रही है। आखिरकार पता लगा हिरण्यकश्यप ने पैर दे अंगूठे ते खड़ के कठिन तप कीता, प्रण करके मैं देवी देवते पीर पैगंबरां नूं मुका देना धरती। तप पूरा हुंदा जा रहा है, इकट्ठे होके सारे दे सारे ब्रह्मपुरी विच ब्रह्मा जी के पास आके पुकार करते ने। इथों तक आप जी ने चल रही गुर इतिहास की पावन कथा का आनंद माणिया। आओ जी कुछ समा मन चित बिरतियां नूं एकाग्र चित बनाइए, प्रेम दी पाओ सांझ। आसीस बख्शो, गज बज के आखो जी सतनाम श्री गुरु साहिब जी। सतनाम श्री पाप पुण्य को भेद मिटाओ, अपरजीत जग बीच चलाओ। भगत प्रहलाद अपने मुखार बिंद तो उस वेले दा वाकिया वर्णन करते ने जदों धरती ते हाहाकार मच गई।
ਪਿਤਾ ਹਿਰਣਕਸ਼ਪ ਨੇ ਘੋਰ ਤਪ ਘੋਰ ਤਪੱਸਿਆ ਕੀਤੀ। ਦੇਵੀ ਦੇਵਤਿਆਂ ਦੇ ਸਿੰਘਾਸਣ ਡੋਲ ਗਏ। 33 ਕਰੋੜ ਦੇਵੀ ਦੇਵਤਾ ਰਾਜੇ ਇੰਦਰ ਦੇ ਸਮੇਤ ਬ੍ਰਹਮਾ ਜੀ ਦੀ ਸ਼ਰਨ ਵਿੱਚ ਆ ਗਏ ਵੀ ਦੁਨੀਆ ਨੂੰ ਬਣਾਉਣ ਵਾਲੇ ਤੇ ਇਹੋ ਹੀ ਨੇ, ਇਹ ਕੁਝ ਕਰ ਸਕਦੇ ਨੇ। ਜਦੋਂ ਬ੍ਰਹਮਾ ਜੀ ਨੂੰ ਆ ਕੇ ਦੇਵਤਿਆਂ ਨੇ ਪੁਕਾਰ ਕੀਤੀ, ਰੋ ਕੇ ਦੱਸਿਆ ਵੀ ਧਰਤੀ ਤੇ ਬੁਰਾ ਹਾਲ ਹੈ, ਪਰਜਾ ਤਰਾ ਤਰਾ ਕਰਦੀ ਹੈ, ਸਵਰਗ ਲੋਕ ਤੱਕ ਕੰਬ ਗਏ ਨੇ, ਧਾਰਮਿਕ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਸਿਰਫ ਇੱਕ ਜਿੱਦ ਪਿੱਛੇ। ਹਿਰਣਕਸ਼ਪ ਸੋਚਦਾ ਏ ਉਹਦੇ ਭਰਾ ਨੂੰ ਮਾਰਨ ਵਾਲਾ ਵਿਸ਼ਨੂੰ, ਉਹਦਾ ਮੈਂ ਭਗਤ ਵੀ ਛੱਡਣਾ ਕੋਈ। ਬ੍ਰਹਮਾ ਜੀ ਸੁਣ ਕੇ ਬੜੇ ਹੈਰਾਨ ਹੋਏ। ਦੇਵਤੇ ਆਖਦੇ ਨੇ, ਗੁਰੂਦੇਵ ਜੇ ਤੁਸੀਂ ਕੁਝ ਨਾ ਕੀਤਾ ਧਰਤੀ ਤੇ ਪੁੰਨ ਤੇ ਪਾਪ ਦੀ ਵਾਰਤਾ ਮੁੱਕ ਜਾਏਗੀ, ਜੇ ਪੁੰਨ ਨਾ ਰਿਹਾ ਤੇ ਪਾਪ ਨੂੰ ਕਿਹਨੇ ਜਾਣਨਾ ਹੈ। ਪਾਪ ਦੀ ਡੈਫੀਨੇਸ਼ਨ ਸਿਰਫ ਪੁੰਨ ਕਰਕੇ ਹੈ। ਸੁਣ ਕੇ ਬ੍ਰਹਮਾ ਜੀ ਬੜੇ ਅਚਰਜ ਵੀ ਏਡੀ ਵੱਡੀ ਗੱਲ ਹੋ ਗਈ। ਕਹਿੰਦੇ ਬਿਲਕੁਲ, ਹਿਰਣਕਸ਼ਪ ਦਾ ਘੋਰ ਤਪ ਹੈ, ਕਿਵੇਂ ਨਾ ਕਿਵੇਂ ਉਹਦਾ ਤਪ ਭੰਗ ਕੀਤਾ ਜਾਵੇ। ਅਸ ਪਰ ਘਰ ਜੋ ਹੋਏ ਕਦਾਪੀ, ਮਿਟੇ ਬੇਦ ਬਿਦ ਪੁਨ ਰੂਪ ਪਾਪੀ। ਬ੍ਰਹਮਾ ਜੀ ਪੁੱਛਦੇ ਆ, ਜਾਣਦੇ ਆ ਵੀ ਇਹਦਾ ਨੁਕਸਾਨ ਕੀ ਹੈ। ਕਹਿੰਦੇ ਜੀ ਜਦੋਂ ਧਰਮ ਨਹੀਂ ਰਹਿਣਾ ਤੇ ਵੇਦ ਕਿੱਥੋਂ ਰਹਿਣਗੇ। ਜੇ ਵੇਦ ਨਾ ਰਹੇ ਤੇ ਰੱਬ ਦੀ ਗੱਲ ਕੌਣ ਕਰੇਗਾ। ਉਹਨਾਂ ਸਮਿਆਂ 'ਚ ਵੇਦਾਂ ਗ੍ਰੰਥਾਂ ਦਾ ਬੋਲਬਾਲਾ ਸੀ ਵੀ ਪਾਪ ਤੇ ਪੁੰਨ ਦੀ ਵਿਚਾਰਧਾਰਾ ਕਰਕੇ ਹੀ ਤੇ ਧਰਮ ਚੱਲਦਾ। ਪਰ ਗੁਰਬਾਣੀ ਉੱਪਰ ਹੈ। ਗੁਰਬਾਣੀ ਦਾ ਸਿਧਾਂਤ ਬਹੁਤ ਵੱਡਾ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਝੋ। ਪਾਤਸ਼ਾਹ ਕਹਿੰਦੇ ਗੁਰੂ ਬਿਨਾਂ ਕੋਈ ਸਾਰ ਨਹੀਂ ਜਾਣਦਾ। ਵੇਦਾਂ ਗ੍ਰੰਥਾਂ ਨੇ ਪੁੰਨਾਂ ਤੇ ਪਾਪਾਂ ਦੀ ਵਿਚਾਰਧਾਰਾ, ਆਹ ਕੰਮ ਕਰ ਲੈ ਪੁੰਨ ਦਾ ਸਵਰਗ ਮਿਲ ਜਾਊਗਾ, ਆਹ ਕਰੇਗਾ ਨਰਕ ਮਿਲ ਜਾਊਗਾ। ਮਨੁੱਖ ਨੂੰ ਇਸ ਤਰੀਕੇ ਨਾਲ ਡਰਾਇਆ ਵੀ ਉਹ ਆਪਣੀ ਜ਼ਿੰਦਗੀ ਨੂੰ ਵੀ ਜ਼ਿੰਦਗੀ ਬਣਾ ਕੇ ਜੀ ਨਹੀਂ ਸਕੇ। ਦੇਵਤੇ ਆਖਦੇ ਆ ਬ੍ਰਹਮਾ ਜੀ ਦੇ ਪਾਸ, ਕਹਿੰਦੇ ਬਹੁਤ ਔਖਾ ਹੋ ਗਿਆ। ਸਾਡੇ ਧਾਰਮਿਕ ਸ਼ਾਸਤਰ ਲੁਕੋ ਲੁਕੋ ਕੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਸਾਧੂਆਂ ਨੇ ਰੱਖੇ ਨੇ, ਜਿੱਥੇ ਕੋਈ ਰਾਖਸ਼ਾਂ ਨੂੰ ਮਿਲ ਜਾਂਦਾ ਮਾਰ ਦਿੰਦੇ ਆ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ। ਪੁੰਨ ਨਾਮ ਦੀ ਚੀਜ਼ ਕੋਈ ਨਹੀਂ, ਹਰ ਪਾਸੇ ਪਾਪ ਦਾ ਪਸਾਰਾ ਏ। ਅਬ ਜਸ ਉਚਿਤ ਆਪ ਤਜ ਕਰੀਏ, ਨਾਥ ਜਗਤ ਸੰਕਟ ਪਰਿ ਹਰੀਏ। ਤੇ ਉਸ ਵੇਲੇ ਰਾਜਾ ਇੰਦਰ ਹੱਥ ਜੋੜ ਕੇ ਤਰਲਾ ਕਰਕੇ ਕਹਿੰਦਾ, ਹੇ ਜਗਤ ਦੇ ਨਾਥ ਬ੍ਰਹਮਾ ਜੀ, ਜੋ ਤੁਹਾਨੂੰ ਜਾਇਜ਼ ਲੱਗਦਾ ਠੀਕ ਲੱਗਦਾ ਉਹ ਕਰ ਦਿਓ, ਸਾਡੀ ਤੇ ਵਾਹ ਲੱਗ ਗਈ। 33 ਕਰੋੜ ਦੇਵੀ ਦੇਵਤਾ ਥੱਕ ਗਿਆ ਏ, ਹੰਬ ਗਿਆ। ਕਿਸੇ ਦੀ ਕਰਾਮਾਤ ਹਿਰਣਕਸ਼ਪ ਅੱਗੇ ਨਹੀਂ ਚੱਲੀ। ਐਡਾ ਵੱਡਾ ਬਲੀ ਹੋ ਗਿਆ। ਜਿਹਦੇ ਤਪ ਨੇ, ਜਿਹਦੀ ਤਪੱਸਿਆ ਨੇ ਸਵਰਗਾਂ ਦੇ ਦੇਵਤਿਆਂ ਨੂੰ ਭਾਜੜਾਂ ਪਾ ਦਿੱਤੀਆਂ। ਆਪਾਂ ਉਹਦੇ ਅੱਗੇ ਕੀ ਸੀ? ਸੰਸਾਰ ਉਹਦੇ ਅੱਗੇ ਕੀ ਸੀ? ਬ੍ਰਹਮਾ ਜੀ ਸੁਣ ਕੇ ਚਿੰਤਾ 'ਚ ਹੋ ਗਏ। ਕਹਿੰਦੀ ਏਡਾ ਵੱਡਾ ਤਪ ਉਹਨੇ ਕੀਤਾ ਹੈ, ਉਹ ਤੇ ਮੇਰੇ ਤੋਂ ਵੱਧ ਸਮਰੱਥਾ ਰੱਖਦਾ ਹੈ, ਮੇਰੇ ਨਾਲੋਂ ਵੱਧ ਗਿਆਨ ਉਹਦੇ ਕੋਲ ਆ ਗਿਆ, ਕਰਾਮਾਤਾਂ ਉਹਦੇ ਕੋਲ ਆ ਗਈਆਂ, ਤਾਕਤਾਂ ਆ ਗਈਆਂ। ਜਿਹਦੀ ਤਾਕਤ ਕਰਕੇ ਧਰਤੀ ਡੋਲ ਰਹੀ ਹੈ, ਕੰਬ ਰਹੀ ਹੈ ਤੇ ਦੁਨੀਆ ਸਮਾਜ ਤੜਫ ਰਿਹਾ। ਪਰ ਦੇਵਤੇ ਤਰਲਾ ਕਰਕੇ ਕਹਿੰਦੇ ਆ, ਰਾਜਨ ਕਿਰਪਾ, ਗੁਰੂਦੇਵ ਤਰਸ, ਤੁਹਾਡੇ ਤੋਂ ਬਿਨਾ ਕੋਈ ਵੀ ਹੱਲ ਨਹੀਂ ਹੋਣਾ। ਗੋ ਦਿਵਜ ਧੀਨ ਜੇ ਸੰਤ ਮਹਾਨਾ, ਕਰਨੇ ਹਾਰ ਸਭ ਕੀ ਕਲਿਆਣਾ। ਤੁਸੀਂ ਸਭ ਨੂੰ ਮੁਕਤੀ ਦੇ ਸਕਦੇ ਹੋ, ਕਲਿਆਣ ਕਰ ਸਕਦੇ ਹੋ। ਇਹ ਦੇਵਤਿਆਂ ਦੀਆਂ ਪੁਕਾਰਾਂ ਨੇ। ਕਦ ਤੱਕ ਧਰਤੀ ਤੇ ਗਾਵਾਂ, ਗਊ ਤੇ ਗਰੀਬ ਮਾਰੇ ਜਾਣਗੇ?
ਕਦ ਤੱਕ ਮਾਰੇ ਜਾਣਗੇ? ਬਹੁਤ ਔਖਾ ਹੈ। ਧਰਮ ਲੋਕਾਂ ਨੂੰ ਛੁਪ ਛੁਪ ਕੇ ਕਮਾਉਣਾ ਪੈ ਰਿਹਾ। ਧਾਰਮਿਕ ਥਾਂ ਢਾਹ ਦਿੱਤੇ ਗਏ ਨੇ, ਰਾਖਸ਼ਾਂ ਦਾ ਬੋਲਬਾਲਾ ਹੋ ਗਿਆ, ਗਾਵਾਂ ਦੀ ਹੱਤਿਆ ਹੋਣ ਲੱਗ ਪਈ। ਹੁਣ ਤੇ ਧਰਤੀ ਤੇ ਪੁੰਨ ਕਮਾਉਣਾ, ਧਰਮ ਕਮਾਉਣਾ ਵੀ ਪਾਪ ਦੇ ਬਰਾਬਰ ਹੋ ਗਿਆ। ਡਰਦਾ ਕੋਈ ਹਿੰਮਤ ਕਰਦਾ ਨਹੀਂ। ਸਗਰੇ ਕਰਮ ਧਰਮ ਕੇ ਸੇਤੋ, ਤੁਮ ਭੂਤਨ ਕੇ ਕਰਤਾ ਹੇਤੋ। ਇਹ ਸਭ ਕੁਝ ਸੁਣ ਕੇ ਬ੍ਰਹਮਾ ਜੀ ਨੇ ਪਹਿਲਾਂ ਤੇ ਜਵਾਬ ਦੇਤਾ। ਕਹਿੰਦੇ ਮੇਰੇ ਵੱਸ ਦਾ ਕੰਮ ਹੀ ਨਹੀਂ, ਮੈਂ ਕੀ ਕਰ ਸਕਦਾ? ਜਿਹਦੀ ਭਗਤੀ ਕਰਦਾ ਹੈ ਭਾਵ ਰੱਬ ਦੀ, ਉਹੀ ਕੁਝ ਕਰ ਸਕਦਾ ਹੈ। ਫਿਰ ਦੇਵਤਿਆਂ ਨੇ ਉਪਾਸਨਾ ਕੀਤੀ, ਭਗਤੀ ਕੀਤੀ। ਕਹਿੰਦੇ ਤੁਸੀਂ ਆਪ ਧਰਤੀ ਦੇ ਮਾਲਕ ਹੋ, ਜਨਮਦਾਤਾ ਹੋ, ਤੁਹਾਡੇ ਦਰ ਤੇ ਚੱਲ ਕੇ ਸਾਰੇ ਦੇਵਤੇ ਆਏ ਨੇ, ਰਾਜਾ ਇੰਦਰ ਵੀ ਬੈਠਾ ਹੈ, ਤਰਸ ਤੇ ਕਰੋ ਨਾ, ਕੁਝ ਕਰੋ ਤੇ ਸਹੀ। ਆਖਰਕਾਰ ਦੇਵਤਿਆਂ ਨੇ ਤਰਲੇ ਮਿੰਨਤਾਂ ਕਰਕੇ ਬ੍ਰਹਮਾ ਜੀ ਨੂੰ ਮਨਾਇਆ, ਕਿਉਂਕਿ ਆਪ ਤੋਂ ਵੱਡੀ ਪਾਵਰ ਨਾਲ ਕੋਈ ਵੀ ਪੰਗਾ ਨਹੀਂ ਲੈਂਦਾ, ਹਰ ਕੋਈ ਸੋਚਦਾ ਹੈ। ਪਰ ਉਹਨਾਂ ਦੇਵਤਿਆਂ ਨੇ ਕਿਹਾ ਵੀ ਸਾਡੀ ਤੇ ਪਹੁੰਚ ਤੁਹਾਡੇ ਤੱਕ, ਰੱਬ ਤੱਕ ਥੋੜਾ। ਦੇਵਤੇ ਥੋੜਾ ਪਹੁੰਚ ਸਕਦੇ ਰੱਬ ਦੇ ਘਰ। ਆ ਬ੍ਰਹਮਾ ਜੀ ਵਰਗਿਆਂ ਨੇ ਵੀ ਰੱਬ ਨਹੀਂ ਦੇਖਿਆ। ਤਿੰਨ ਭੀ ਤਨ ਮੈਂ ਮਨ ਨਹੀਂ ਦੇਖਾ। ਕਿਵੇਂ ਨਹੀਂ ਵੇਖਿਆ? ਜਿਵੇਂ ਦੁਨੀਆ ਤੇ ਹਰ ਜਨਮ ਲੈਣ ਵਾਲੇ ਬੰਦੇ ਨੇ ਕਦੇ ਆਪਣਾ ਮਨ ਨਹੀਂ ਦੇਖਿਆ। ਤੁਹਾਡੇ 'ਚ ਕੋਈ ਹੈ ਇਹੋ ਜਿਹਾ ਜਿਹਨੇ ਆਪਣਾ ਮਨ ਦੇਖਿਆ ਹੋਵੇ ਵੀ ਉਹ ਕਿੱਡਾ ਹੈ, ਕਿਹੋ ਜਿਹਾ ਰੰਗ ਹੈ, ਕਿਹੋ ਜਿਹਾ ਰੂਪ ਹੈ, ਕਿਹੋ ਜਿਹਾ ਆਕਾਰ ਹੈ? ਜਿਵੇਂ ਆਪਾਂ ਮਨ ਨਹੀਂ ਦੇਖਿਆ ਨਾ ਹੀ ਦੇਖ ਸਕਦੇ ਹਾਂ। ਦੇਵੀ ਦੇਵਤਿਆਂ ਨੇ ਵੀ ਕਦੇ ਰੱਬ ਨਹੀਂ ਦੇਖਿਆ, ਉਹਦੇ ਹੁਕਮ 'ਚ ਚੱਲ ਰਹੇ ਆ। ਐਡੀ ਸਮਰੱਥਾ ਨਹੀਂ ਹੈ ਉਹਦੇ ਤੱਕ ਪਹੁੰਚ ਹੋ ਜਾਵੇ। ਸਿਰਫ ਇਹਨਾਂ ਦੀ ਪਹੁੰਚ ਸੀ ਬ੍ਰਹਮਾ ਤੱਕ, ਸ਼ਿਵ ਤੱਕ, ਵਿਸ਼ਨੂੰ ਤੱਕ। ਹੁਣ ਵਿਸ਼ਨੂੰ ਕੋਲ ਜਾ ਕੇ ਕੁਝ ਕਰ ਨਹੀਂ ਸਕਦੇ। ਅਗਲੇ ਨੇ ਪ੍ਰਤੱਗਿਆ ਕੀਤੀ ਵੀ ਵਿਸ਼ਨੂੰ ਨੂੰ ਮੈਂ ਮਾਰਨਾ। ਉਹ ਤੇ ਮਰਨ ਵਾਲਿਆਂ 'ਚ ਆ ਗਿਆ ਨਾ, ਦੁਸ਼ਮਣ ਦੀ ਕੈਟਾਗਰੀ 'ਚ ਆ ਗਿਆ। ਤੇ ਸ਼ਿਵ ਤੇ ਤਾਂਡਵ ਕਰਦਾ ਹੈ, ਉਹਦੇ ਕੋਲ ਵੀ ਕੁਝ ਨਹੀਂ ਹੋਣਾ। ਇਸ ਲਈ ਬ੍ਰਹਮਾ ਜੀ ਦੀ ਪਾਵਰ ਵੱਡੀ ਹੈ, ਜੋ ਉਤਪਤੀ ਕਰਦੇ ਆ, ਸਿਰਜ ਰਹੇ ਆ ਸੰਸਾਰ ਨੂੰ। ਦੇਵਤੇ ਤਾਂ ਤਰਲੇ ਕਰਦੇ ਆ ਵੀ ਵਿਸ਼ਨੂੰ ਕੋਲ ਸਿਫਾਰਿਸ਼ ਕਰੇਗਾ ਤੇ ਫਾਇਦਾ ਹੀ ਕੋਈ ਨਹੀਂ। ਉੱਥੇ ਤੇ ਦੁਸ਼ਮਣੀ ਹੋਰ ਵਧਣੀ ਹੈ, ਨੁਕਸਾਨ ਹੋਣਾ ਹੈ। ਪਰ ਤੁਸੀਂ ਕਿਰਪਾ ਕਰੋ। ਆਖਰਕਾਰ ਬ੍ਰਹਮਾ ਜੀ ਨੇ ਸੋਚਿਆ, ਧਿਆਨ ਲਾਇਆ। ਧਿਆਨ ਲਾ ਕੇ ਆਕਾਸ਼ਬਾਣੀ ਹੋਈ ਵੀ ਇਹਨਾਂ ਦੇਵਤਿਆਂ ਤੇ ਤਰਸ ਕਰੋ, ਇਹਨਾਂ ਦੀ ਬਾਹ ਫੜਨ ਵਾਲਾ ਤੁਹਾਡੇ ਬਿਨਾ ਕੋਈ ਨਹੀਂ। ਸੁਣ ਬਿਰੰਚ ਅਮਰਨ ਕੀ ਬਾਣੀ, ਨਿਜ ਹਿਤ ਕੀ ਲਖ ਕਰ ਸਨਮਾਨੀ। ਜਦੋਂ ਦੇਵਤਿਆਂ ਦੀ ਗੱਲ ਸੁਣੀ ਤੇ ਬ੍ਰਹਮਾ ਜੀ ਨੇ ਆਪਣਾ ਫਾਇਦਾ ਵੀ ਵੇਖਿਆ। ਉਹ ਕੀ ਸੀ ਵੀ ਜਿੱਥੇ ਦੇਵੀ ਦੇਵਤੇ ਨਹੀਂ ਰਹਿਣਗੇ ਤੇ ਬ੍ਰਹਮਾ ਕਿੱਥੋਂ ਰਹਿਣਗੇ? ਅੱਜ ਵਿਸ਼ਨੂੰ ਨੂੰ ਮਾਰਨ ਦੇ ਵਾਸਤੇ ਹਿਰਣਕਸ਼ਪ ਐਡਾ ਵੱਡਾ ਘੋਰ ਤਪ ਕਰਦਾ ਹੈ, ਪੈਰ ਦੇ ਅੰਗੂਠੇ ਤੇ ਖੜਾ ਹੋ ਕੇ 13 ਅਰਬ 14 ਕਰੋੜ ਸਾਲ, ਜਿਨ੍ਹਾਂ ਨੂੰ ਦਿਵਿਆ ਵਰਖ ਕਹਿੰਦੇ ਆ। ਇਹ ਗਿਣਤੀਆਂ ਮਿਣਤੀਆਂ ਬਹੁਤ ਵੱਡੀਆਂ ਨੇ। ਇੰਨੇ ਸਾਲਾਂ ਦਾ ਤਪ ਹਿਰਣਕਸ਼ਪ ਦਾ ਹੋ ਚੁੱਕਿਆ ਏ। ਬ੍ਰਹਮਾ ਜੀ ਜਾਣਦੇ ਆ ਵੀ ਜੇ ਇਹ ਲਗਾਤਾਰ ਹੀ ਕਰਦਾ ਰਿਹਾ ਨਾ ਤੇ ਫਿਰ ਮੈਂ ਵੀ ਇਹਦੇ ਅੱਗੇ ਕੁਛ ਨਹੀਂ ਆ। ਹੁਣ ਤੇ ਇਹਨੇ ਇੰਨਾ ਕੁ ਪਾ ਲਿਆ ਵੀ ਵਿਸ਼ਨੂੰ ਦਾ ਮੁਕਾਬਲਾ ਕਰ ਸਕਦਾ। ਇਸ ਲਈ ਬ੍ਰਹਮਾ ਜੀ ਨੇ ਸੋਚ ਲਿਆ, ਕੱਲ ਮੈਨੂੰ ਕੋਈ ਚਾਰਾ ਨਾ ਲੱਭੇ, ਅੱਜ ਤੇ ਵਕਤ ਹੈ ਨਾ, ਕਿਉਂ ਨਾ ਵਕਤ ਦੇ ਨਾਲ ਮੈਨੂੰ ਕੁਝ ਕਰਨਾ ਚਾਹੀਦਾ ਏ। ਗਮਨਿਉ ਦੈਤ ਰਾਜ ਕੇ ਪਾਸਾ, ਕਰਤ ਕਥਨ ਤੋ ਤਪ ਜਿਹ ਆਸਾ। ਹੁਣ ਦੇਵਤਿਆਂ ਨੂੰ ਪੁੱਛਿਆ ਵੀ ਉਹ ਬੈਠਾ ਕਿੱਥੇ ਹੈ? ਤਪ ਕਰਦਾ ਹੈ। ਹਜ਼ਾਰਾਂ ਯੁੱਗ ਬਤੀਤ ਹੋ ਗਏ, ਬੈਠਾ ਥੋੜੀ ਹੈ। ਇੱਥੇ ਤੇ 20 50 100 ਸਾਲ ਲੰਘ ਜਾਣ, ਕੋਈ ਚੀਜ਼ ਪਈ ਹੋਵੇ, ਉਹ ਗੱਡੀ ਕਾਰ ਵੀ ਪਛਾਣ ਨਹੀਂ ਆਉਂਦੀ ਵੀ ਮਾਡਲ ਕਿਹੜਾ, ਮਿੱਟੀ ਨਾਲ ਭਰ ਜਾਂਦੀ। ਤੇ ਜਿਹੜਾ ਜੁਗਾਂ ਤੋਂ ਬੈਠਾ, ਉਹਦੀ ਹਾਲਤ ਕੀ ਹੋਈ ਹੋਣੀ? ਬ੍ਰਹਮਾ ਜੀ ਦੇਵਤਿਆਂ ਨੂੰ ਪੁੱਛਦੇ, ਦੱਸੋ ਕਿੱਥੇ ਆ? ਉਹ ਕਹਿੰਦੇ ਜੀ ਸਾਡੀ ਕਰਾਮਾਤ, ਸਾਡੀ ਟੈਲੀਪੈਥੀ ਕੰਮ ਨਹੀਂ ਕਰ ਰਹੀ। ਕੋਈ ਨਹੀਂ ਪਤਾ ਲੱਗਦਾ ਵੀ ਧਰਤੀ ਤੇ ਕਿਹੜੀ ਥਾਂ ਤੇ ਬਹਿ ਕੇ ਤਪ ਕਰਦਾ। ਆਖਰਕਾਰ ਕਿਸੇ ਸੰਤ ਮਹਾਂਪੁਰਖ ਨੇ ਸੂਹ ਕੱਢੀ ਵੀ ਜਦੋਂ ਹਿਰਣਕਸ਼ਪ ਭਾਵ ਹਰਨਾਕਸ਼ ਤਪ ਕਰਨ ਆਇਆ ਸੀ ਨਾ,
ਉਹ ਦੱਸ ਕੇ ਗਿਆ ਸੀ ਰਾਖਸ਼ਾਂ ਨੂੰ, ਕਹਿੰਦਾ ਸੀ ਮੈਂ ਮਧਿਆਚਲ ਪਰਬਤ ਤੇ ਚੱਲਿਆ। ਚਲੋ ਇੱਕ ਸੋਰਸ ਲੱਭ ਗਿਆ, ਇੱਕ ਪੈੜ ਲੱਭ ਗਈ। ਤੁਸੀਂ ਇਹ ਸੋਚੋ ਵੀ ਦੁਨੀਆ ਬਣਾਉਣ ਵਾਲਾ ਵੀ ਲੱਭਦਾ ਫਿਰਦਾ ਬ੍ਰਹਮਾ, ਵੀ ਉਹ ਬੈਠਾ ਕਿੱਥੇ? ਆਖੋ ਸਤਿਨਾਮ। ਸਭ ਕੁਝ ਸਭ ਦੇ ਵੱਸ ਨਹੀਂ ਹੁੰਦਾ। ਇੱਕ ਨਿਰੰਕਾਰ ਹੈ ਜੋ ਸਭ ਕੁਝ ਸਾਧਣ ਵਾਲਾ ਤੇ ਸਭ ਕੁਝ ਹੀ ਜਾਣਦਾ ਏ। ਦੇਵਤਾ ਡਰਦਾ ਬ੍ਰਹਮਾ ਜੀ ਨਾਲ ਜਾਵੇ ਕੋਈ ਨਾ, ਵੀ ਉਹ ਰਾਖਸ਼ਾਂ ਦਾ ਰਾਜਾ ਹੈ। ਰਾਖਸ਼ਾਂ ਤੇ ਦੇਵਤਿਆਂ ਦੀ ਕਦੇ ਨਹੀਂ ਬਣੀ, ਨਾ ਬਣਨੀ ਆ ਤੇ ਨਾ ਕਦੇ ਬਣੂਗੀ। ਇੱਥੇ ਧਰਮੀ ਤੇ ਪਾਪੀ ਬੰਦੇ ਦੀ ਕਦੇ ਬਣੀ ਹੈ? ਕਦੇ ਨਹੀਂ ਬਣਦੀ। ਉੱਤੋਂ ਲੱਖ ਮਿੱਠੇ ਹੋ ਕੇ ਬੋਲੀ ਜਾਣ, ਅੰਦਰੋਂ ਖਾਰ ਨਹੀਂ ਜਾਂਦੀ। ਬ੍ਰਹਮਾ ਜੀ ਦੇਵਤਿਆਂ ਦੇ ਮੋਢੀ ਨੇ, ਇੱਧਰ ਰਾਖਸ਼ਾਂ ਦਾ ਮੋਢੀ ਕੌਣ ਹੈ? ਹਿਰਣਕਸ਼ਪ। ਚੱਲ ਕੇ ਮਧਿਆਚਲ ਪਰਬਤ ਦੇ ਕੋਲ ਬ੍ਰਹਮਾ ਜੀ ਆਏ, ਕੁਝ ਸਾਥੀਆਂ ਦੇ ਸਮੇਤ ਲੱਭਦੇ ਫਿਰਦੇ ਆ, ਪਰ ਕਿਤੇ ਵੀ ਹਿਰਣਕਸ਼ਪ ਦਾ ਨਿਸ਼ਾਨ ਨਹੀਂ ਮਿਲਦਾ। ਬੈਠਾ ਕਿੱਥੇ ਹੈ? ਉਹ ਥਾਂ ਅਜੇ ਤੱਕ ਲੱਭੀ ਨਾ। ਸੋ ਤੇ ਥਾਂ ਨਹਿ ਦੇਤ ਦਿਖਾਈ, ਤ੍ਰਿਣ ਤਰ ਲਤਾ ਦੇਹ ਸਭ ਛਾਈ। ਆਖਰਕਾਰ ਮਧਿਆਚਲ ਪਰਬਤ ਦੀ ਸਿਖਰ ਤੇ ਆਏ, ਜਿੱਥੇ ਪਤਾ ਕੀਤਾ ਗਿਆ ਵੀ ਇੱਥੇ ਤਪ ਕਰਦਾ ਸੀ। ਬ੍ਰਹਮਾ ਜੀ ਉਸ ਪਰਬਤ ਤੇ ਚੜੇ, ਪਹਾੜ ਤੇ ਚੜ ਕੇ ਆਸੇ-ਪਾਸੇ ਵੇਖਿਆ। ਕਹਿੰਦੇ ਜਿਹੜੀ ਥਾਂ ਤੇ ਹਿਰਣਕਸ਼ਪ ਨੇ ਤਪ ਕੀਤਾ ਸੀ, ਉਹ ਥਾਂ ਤੇ ਬੇਲਾਂ ਨੇ, ਝਾੜੀਆਂ ਨੇ, ਮਿੱਟੀ ਹੈ, ਊੜ ਕਵਾੜ ਘਾਹ ਲੱਗਾ ਹੋਇਆ ਹੈ। ਕਿਤੇ ਵੀ ਕੋਈ ਇਨਸਾਨੀ ਸਰੀਰ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ। ਲੱਗਦਾ ਜਿਵੇਂ ਕਦੇ ਇਸ ਪਰਬਤ ਤੇ ਕੋਈ ਚੜਿਆ ਹੀ ਨਹੀਂ, ਸਿਰਫ ਮਿੱਟੀ ਮਿੱਟੀ ਨਜ਼ਰ ਆਉਂਦੀ ਸੀ। ਹਿਰਣਕਸ਼ਪ ਨੂੰ ਲੱਭਦਾ ਰਿਹਾ ਬ੍ਰਹਮਾ, ਬੜੀਆਂ ਆਵਾਜ਼ਾਂ ਮਾਰੀਆਂ। ਹੁਣ 4 ਮੁੱਖਾਂ ਵਾਲਾ ਬ੍ਰਹਮਾ, 4 ਮੂੰਹ ਮੰਨੇ ਜਾਂਦੇ ਆ। ਕਹਿੰਦੇ ਉਹਨੇ ਹਰ ਪਾਸੇ ਲੱਭਿਆ, ਹਰ ਪਾਸੇ ਖੋਜਿਆ, ਪਰ ਇੰਨਾ ਪਤਾ ਲੱਗ ਗਿਆ ਵੀ ਇਸ ਪਰਬਤ ਤੇ ਬੈਠਾ ਸੀ, ਕਿਤੇ ਸਾਹ ਦੀ ਆਵਾਜ਼ ਵੀ ਨਹੀਂ ਆਉਂਦੀ। ਜੁਗ ਬੀਤ ਗਏ, ਸਾਲ ਨਹੀਂ ਜੁਗ। ਬ੍ਰਹਮਾ ਜੀ ਬੈਠ ਗਏ, ਉਹ ਥਾਂ ਤੇ ਬੈਠ ਕੇ ਅੰਤਰ ਧਿਆਨ ਹੋ ਕੇ ਆਪਣੀ ਸੁਰਤ ਦੇ ਨਾਲ ਖੋਜਦੇ ਆ। ਕੋਈ ਭਗਤੀ ਕਰਨ ਵਾਲਾ ਇੱਥੇ ਦਿਸਦਾ ਨਹੀਂ। ਭੇਦ ਸਰੀਰ ਕੁਛਾ ਕੋ ਬਹੁਆ, ਬੇਨ ਬ੍ਰਿਕਸ਼ ਕੇ ਖਰੇ ਸਮੂਹਾ। ਆਖਰਕਾਰ ਬ੍ਰਹਮਾ ਜੀ ਨੇ ਉਹ ਥਾਂ ਲੱਭ ਲਈ ਜੀ, ਡੀਕੋਡ ਕਰ ਲਿਆ, ਲੋਕੇਟ ਕਰ ਲਈ ਉਹ ਜਗ੍ਹਾ ਜਿੱਥੇ ਹਿਰਣਕਸ਼ਪ ਤਪ ਕਰਦੇ ਸੀ। ਖੜੇ ਹੋ ਕੇ ਕੀ ਵੇਖਿਆ? ਵੱਡੇ ਵੱਡੇ ਰੁੱਖ ਜੜਾਂ ਦੇ ਸਮੇਤ ਹੋ ਗਏ ਨੇ ਉੱਥੇ। ਆਸੇ ਪਾਸੇ ਮਿੱਟੀ ਦੇ ਢੇਰ ਲੱਗੇ ਆ, ਉਹਦੇ ਕਿਤੇ ਵਿੱਚ ਵਿਚਾਲੇ ਸੀ ਥੱਲੇ। ਜਿਉਂ-ਜਿਉਂ ਯੁੱਗ ਬੀਤਦੇ ਗਏ, ਹਨੇਰੀਆਂ ਚੱਲਦੀਆਂ ਰਹੀਆਂ, ਪਰਬਤਾਂ ਦੇ ਉੱਤੇ ਝਾੜੀਆਂ, ਘਾਹ ਫੂਸ, ਦਰਖਤ, ਬ੍ਰਿਸ਼, ਬੇਲਾਂ, ਬੜਾ ਕੁਝ ਹੁੰਦਾ ਗਿਆ। ਬ੍ਰਹਮਾ ਜੀ ਨੇ ਹੱਥ ਲਾ ਕੇ ਵੇਖਿਆ, ਕਹਿੰਦੇ ਇਹਦੇ ਥੱਲੇ ਹੈ। ਹੁਣ ਸਰੀਰ ਨਹੀਂ ਸੀ ਰਿਹਾ, ਗਲ ਜਾਂਦਾ ਸਰੀਰ ਤੇ। ਮਿੱਟੀ ਦਾ ਸੁਭਾਅ ਏ, ਉਹ ਹੱਡੀਆਂ ਤੱਕ ਨੂੰ ਵੀ ਖਾ ਜਾਂਦੀ ਹੈ ਵਕਤ ਦੇ ਸਮੇਂ ਨਾਲ। ਬ੍ਰਹਮਾ ਜੀ ਨੇ ਕੋਲ ਹੋ ਕੇ ਵੇਖਿਆ, ਕਹਿੰਦੇ ਉਹਦੇ ਵਿੱਚ ਨਾ ਛੋਟੇ ਛੋਟੇ ਸੁਰਾਖ ਸੀ ਉਸ ਮਿੱਟੀ ਵਿੱਚ। ਧਿਆਨ ਮਾਰ ਕੇ ਦੇਖਿਆ, ਕੋਈ ਆਵਾਜ਼ ਨਹੀਂ ਆਉਂਦੀ, ਜਿਵੇਂ ਕੋਈ ਪਰਬਤ ਪਹਾੜ ਸ਼ਾਂਤ ਹੋਵੇ, ਇਹੋ ਜਿਹਾ ਦ੍ਰਿਸ਼ ਲੱਗਦਾ ਏ। ਬੰਬੇ ਜਿਹ ਕੇ ਤਨ ਚੋਂ ਓਰੇ, ਅਸਥ ਮਾਤਰ ਰਹਿ ਗਏ ਤਹਿ ਜੋਰੇ। ਜਦੋਂ ਕਹਿੰਦੇ ਉਹਨਾਂ ਖੁੱਡਾਂ ਵਿੱਚ ਝਾਤ ਮਾਰੀ, ਕੀ ਬਣਿਆ ਆਸੇ ਪਾਸੇ? ਬਰਮੀ ਜਾਣਦੇ ਹੋ ਜੀ, ਪਿੰਡਾਂ ਵਾਲਿਆਂ ਨੂੰ ਪਤਾ। ਬਰਮੀ ਖੇਤਾਂ 'ਚ ਜਿੱਥੇ ਸੱਪ ਰਹਿੰਦੇ ਆ, ਸੱਪਾਂ ਦਾ ਵਾਸ ਹੈ। ਚੂਹੇ ਖੁੱਡਾਂ ਪੁੱਟਦੇ ਆ, ਮਿੱਟੀ ਦੇ ਢੇਰ ਲੱਗ ਜਾਂਦੇ ਆ, ਸੱਪ ਰੁਕਦੇ ਨੇ, ਰਹਿੰਦੇ ਨੇ ਉਹਦੇ ਵਿੱਚ। ਕੀਠਾਂ ਖੁੱਡਾਂ ਦਾ ਜਾਲ ਹੁੰਦਾ ਹੈ, ਵੱਡੀਆਂ ਵੱਡੀਆਂ ਟਨਲਾਂ ਬੜੀਆਂ ਹੁੰਦੀਆਂ, ਉਹਨੂੰ ਕਹਿੰਦੇ ਬਰਮੀ। ਹੁਣ ਹਿਰਣਕਸ਼ਪ ਦੇ ਸਰੀਰ ਉੱਤੇ ਬਰਮੀ ਬਣੀ ਆ ਤੇ ਵੱਡੇ ਵੱਡੇ ਸੁਰਾਖ ਬਣੇ ਹੋਏ ਆ ਆਸੇ ਪਾਸੇ ਉਸ ਬਰਮੀ ਵਿੱਚ। ਕਹਿੰਦੇ ਕਿਤੇ ਕਿਤੇ ਬ੍ਰਹਮਾ ਜੀ ਨੇ ਝਾਤ ਮਾਰ ਕੇ ਵੇਖਿਆ ਵੀ ਮਾਸ ਦੀ ਬੋਟੀ ਨਜ਼ਰ ਆਉਂਦੀ। ਕਿਤੇ ਕਿਤੇ ਐਡਾ ਘੋਰ ਕਠਿਨ ਤਪ, ਸਰੀਰ ਵੀ ਨਹੀਂ ਬਚਿਆ। ਬ੍ਰਹਮਾ ਜੀ ਆਵਾਜ਼ਾਂ ਮਾਰਦੇ ਰਹੇ, ਹਿਰਣਕਸ਼ਪ ਹਿਰਣਕਸ਼ਪ ਕਹਿ ਕੇ, ਪਰ ਸੁਰਤ ਏਡੀ ਇਕਾਗਰ ਸੀ ਦਸਮ ਦੇ ਦਵਾਰ ਵਿੱਚ, ਖੁੱਲ ਨਹੀਂ ਸੀ, ਸਰੀਰ ਰਿਹਾ ਹੀ ਨਹੀਂ। ਸੱਪਾਂ ਦੀਆਂ ਖੁੱਡਾਂ ਬਣ ਗਈਆਂ, ਬਹੁਤ ਵੱਡੀ ਬਰਮੀ ਬਣ ਗਈ।
ਉਸ ਬਰਮੀ ਦੇ ਉੱਤੇ ਘਾਹ ਉੱਗਿਆ, ਵੇਲਾਂ ਉੱਗ ਗਈਆਂ। ਕੋਲ ਖੜ ਕੇ ਬ੍ਰਹਮਾ ਜੀ ਕਹਿੰਦੇ ਵਾਹ ਓਏ ਭਗਤਾ ਵਾਹ, ਤੇਰੇ ਵਰਗਾ ਘੋਰ ਤਪ ਕੋਈ ਕਰ ਹੀ ਸਕਦਾ ਨਹੀਂ। ਤੁਝਾ ਮੇਦ ਸਰੋਨਤ ਪੁਨ ਮਾਸੂ, ਭਖ ਗਈ ਸਭ ਪਪੀਲ ਕਾ ਤਾਸੂ। ਹਾਲਤ ਕੀ ਹੋਈ ਦੱਸ ਰਹੇ ਨੇ ਭਗਤ ਪ੍ਰਹਿਲਾਦ, ਕਹਿੰਦੇ ਮੇਰੇ ਪਿਤਾ ਦੇ ਸਰੀਰ ਦਾ ਜਿਸਮ ਖਤਮ ਹੋ ਗਿਆ, ਕੀੜੀਆਂ ਮਾਸ ਖਾ ਗਈਆਂ, ਹੱਡੀਆਂ ਦਾ ਪਿੰਜਰ ਰਹਿ ਗਿਆ, ਖੂਨ ਤੇ ਸੁੱਕ ਹੀ ਗਿਆ, ਮਿੱਝ ਵੀ ਮੁੱਕ ਗਈ, ਕਿਉਂਕਿ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਆ ਜਿਹੜੇ ਸਰੀਰ ਦਾ ਬੰਦਾ ਮਾਣ ਕਰਦਾ ਫਿਰਦਾ ਇਹ ਹੱਡੀਆਂ ਨੇ ਮਿੱਝ ਹੈ, ਕੁਛ ਵੀ ਨਹੀਂ, ਗੰਦਗੀ ਹੈ। ਜਾਣੇ ਅਣਜਾਣੇ ਸੜਕਾਂ ਤੇ ਐਕਸੀਡੈਂਟ ਵੇਖਦੇ ਆ ਗਾਹੇ ਵਗਾਹੇ, ਚੰਗਾ ਭਲਾ ਬੰਦਾ ਸੋਹਣਾ ਸੁਨੱਖਾ ਹੁੰਦਾ, ਗੱਡੀ ਲੰਘ ਜਾਂਦੀ, ਉੱਤੋਂ ਕੀ ਰਹਿ ਜਾਂਦਾ? ਮਿੱਝ, ਕੁਛ ਵੀ ਨਹੀਂ ਹੈ। ਸਿਰਫ ਇਸ ਗੰਦਗੀ ਦਾ ਮਨੁੱਖ ਮਾਣ ਕਰਦਾ ਹੈ, ਪਰ ਉਹਨੇ ਇਹਨੂੰ ਕਿਹੜੇ ਪਾਸੇ ਲਾਇਆ? ਕੀੜੀਆਂ ਮਾਸ ਖਾ ਗਈਆਂ, ਖੂਨ ਪੀ ਗਈਆਂ, ਮਿੱਝ ਖਤਮ ਹੋ ਗਈ, ਕਿਤੇ 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 ਮਾਸ ਦੀ ਬੋਟੀ ਰਹਿ ਗਈ, ਸਿਰਫ ਹੱਡੀਆਂ ਦਾ ਪਿੰਜਰਾ ਸੀ। ਆਸੇ ਪਾਸੇ ਬਰਮੀ ਜੰਮੀ ਹੋਈ, ਖੜੇ ਦਾ ਖੜਾ ਹੀ ਰਹਿ ਗਿਆ, ਪਰ ਹਿਲਿਆ ਨਹੀਂ। ਐਡਾ ਕਠਿਨ। ਜਦੋਂ ਬ੍ਰਹਮਾ ਜੀ ਨੇ ਵੇਖਿਆ ਨਾ ਇੱਕ ਵਾਰ, ਤੇ ਜਿਸਮ ਉਹਨਾਂ ਦਾ ਵੀ ਕੰਬ ਗਿਆ ਵੀ ਇੰਨੀ ਭਗਤੀ ਤੇ ਕਠੋਰ ਮੈਂ ਨਹੀਂ ਕੀਤੀ। ਇੱਕ ਪੈਰ ਦੇ ਅੰਗੂਠੇ ਤੇ ਖੜ ਕੇ ਤਪੱਸਿਆ ਕਰ ਸਕਦਾ ਕੋਈ? ਤੁਸੀਂ 30 ਸੈਕਿੰਡ ਪੈਰ ਦੇ ਅੰਗੂਠੇ ਤੇ ਨਹੀਂ ਖੜ ਸਕਦੇ, ਉਸੇ ਵੇਲੇ ਟੁੱਟ ਜਾਏਗਾ, ਭਾਰ ਹੀ ਨਹੀਂ ਚੱਲ ਸਕਦਾ। ਕਿੰਨਾ ਵੇਟ ਹੁੰਦਾ ਸੀ। ਪਰ ਹਿਰਣਕਸ਼ਿਪ ਨੇ ਜਿੱਦ ਕਰਕੇ ਕਹਿੰਦੇ ਤਪ ਕੀਤਾ ਤੇ ਤਪ ਪੂਰਾ ਵੀ ਹੋਇਆ। ਅਜੇ ਤੇ ਹੋਰ ਅੱਗੇ ਜਾਣਾ ਸੀ ਤਪ, ਜੇ ਬ੍ਰਹਮਾ ਜੀ ਨਾ ਆਉਂਦੇ ਤੇ ਆਪਣੀ ਲੋੜ ਨੂੰ ਭੱਜੇ ਆਏ ਆ ਨਾ, ਵੀ ਜੇ ਇਹਦੇ ਕੋਲ ਹੋਰ ਕਰਾਮਾਤਾਂ ਆ ਗਈਆਂ ਵੇਖਿਓਗੇ ਤੇ ਧਰਤੀ ਨਾ ਪਲਟਾ ਦੇ। ਕੋਲ ਖੜ ਕੇ ਬ੍ਰਹਮਾ ਜੀ ਉਹਦੀ ਸੁਰਤ ਜਗਾਉਂਦੇ ਨੇ। ਜੋ ਬੰਬੀ ਤ੍ਰਿਣ ਮਾਹੀ ਪ੍ਰਕਾਸ਼ੇ, ਮਨਹੁ ਮੇਗ ਮੈਂ ਦਿਨ ਕਰ ਪਾਸੇ। ਜਦੋਂ ਕਹਿੰਦੇ ਕੁਛ ਦੇਵਤਿਆਂ ਨੇ ਨਾਲ ਮਿਲ ਕੇ ਉਹਨਾਂ ਖੁੱਡਾਂ ਦੇ ਵਿੱਚ ਝਾਤ ਮਾਰੀ, ਜੋ ਸੱਪਾਂ ਨੇ, ਚੂਹਿਆਂ ਨੇ ਕੱਢੀਆਂ, ਬਰਮੀ ਬਣੀ ਹੈ। ਬ੍ਰਹਮਾ ਜੀ ਨੇ ਵੇਖਿਆ, ਕਹਿੰਦੇ ਇਦਾਂ ਲੱਗਦਾ ਹੈ ਜਿਵੇਂ ਕਿ ਤੇ ਉਹਨਾਂ ਖੁੱਡਾਂ ਦੇ ਵਿੱਚ ਕੋਈ ਸੂਰਜ ਚਮਕਦਾ ਹੋਵੇ। ਪ੍ਰਕਾਸ਼ ਸੀ ਅਜੇ ਵੀ। ਰਾਤ ਵੇਲੇ ਉਹਨਾਂ ਦੇ ਵਿੱਚੋਂ ਚਾਨਣ ਨਿਕਲਦਾ ਸੀ, ਉਹਦੇ ਜਿਸਮ ਦੇ ਵਿੱਚ ਲਾਈਟ, ਜਿੱਦਾਂ ਨਾ ਕਿਸੇ ਟਨਲ ਦੇ ਵਿੱਚ ਲਾਈਟ ਚੱਲਦੀ ਹੋਵੇ, ਬਲਬ ਜਗਦੇ ਹੋ, ਬੜੀ ਦੂਰੋਂ ਦੂਰੋਂ ਦਿਸਦਾ ਹੈ। ਕਿਸੇ ਕੋਠੇ ਵਿੱਚ, ਮਕਾਨ ਵਿੱਚ ਰਾਤ ਵੇਲੇ ਆਸੇ ਪਾਸੇ ਹਨੇਰਾ, ਅੰਦਰ ਬਲਬ ਜਗਦਾ, ਇਦਾਂ ਦਾ ਸੀਨ ਸੀ। ਜਦੋਂ ਬ੍ਰਹਮਾ ਜੀ ਨੇ ਝਾਤ ਮਾਰੀ, ਕਹਿੰਦੇ ਅੰਦਰੋਂ ਸੂਰਜ ਵਰਗਾ ਪ੍ਰਕਾਸ਼ ਉਹਨਾਂ ਖੁੱਡਾਂ ਵਿੱਚੋਂ ਨਜ਼ਰ ਆਉਂਦਾ ਏ। ਆਪ ਕਥਨੀ ਅਵਲੋਕ ਵਿਦਾਤ, ਬਿਸਮੇ ਹਿਰਦੈ ਨ ਕਛ ਕਹਿ ਜਾਤ। ਬ੍ਰਹਮਾ ਜੀ ਵੇਖ ਕੇ ਹੈਰਾਨ ਹੋ ਗਏ, ਡਰ ਵੀ ਗਏ ਅੰਦਰੋਂ। ਉਹਨਾਂ ਫਿਰ ਦੇਵਤਿਆਂ ਨੂੰ ਹੁਕਮ ਕੀਤਾ ਵੀ ਰਾਮ 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 ਜਪ ਕੇ ਬਰਮੀ ਭੰਨਣੀ ਸ਼ੁਰੂ ਕਰੋ, ਮਿੱਟੀ ਹੈ। ਦੇਵਤੇ ਡਰਦੇ ਸੀ, ਕਹਿੰਦੇ ਜੀ ਰਾਖਸ਼ ਹੈ ਇਹ, ਜੇ ਜਾਗ ਪਿਆ ਇੱਕ ਬਚਨ ਵੀ ਕਹਿਤਾ ਨਾ ਥਾਂ ਭ੍ਰਿਸ਼ਟ ਕਰ ਦੂੰਗਾ। ਮੈਂ ਕੱਲ ਵੀ ਬੇਨਤੀ ਕੀਤੀ ਆ ਵੀ ਦੇਵਤਿਆਂ ਦੇ ਨਾਲੋਂ ਕਿਤੇ ਹਜ਼ਾਰਾਂ ਗੁਣਾ ਵੱਧ ਰਾਖਸ਼ਾਂ ਦੀ ਭਗਤੀ ਹੈ। ਬਿਨਾਂ ਭਗਤੀ ਤੋਂ ਰਾਖਸ਼ ਨਹੀਂ ਬਣਿਆ ਜਾਂਦਾ, ਬਿਨਾਂ ਤਪੱਸਿਆ। ਜਿਨ੍ਹਾਂ ਧਰਤੀ ਤੇ ਜ਼ੁਲਮ ਕੀਤਾ, ਉਹਨਾਂ ਵੀ ਕੋਈ ਪੂਰਬਲੇ ਜਨਮ ਦਾ ਤਪ ਕੀਤਾ ਸੀ, ਜੇ ਰਾਜ ਭਾਗ ਕਰਕੇ ਰੱਬ ਦੀ ਪ੍ਰਜਾ ਨੂੰ ਸਤਾਇਆ, ਅੱਗੇ ਲਈ ਕੁਝ ਨਹੀਂ ਖੱਟਿਆ ਵੱਟਿਆ। ਡਰਦੇ ਸੀ ਕਿਉਂਕਿ ਤਪ ਇੰਨਾ ਜ਼ਿਆਦਾ। ਕਦੇ ਕਿਸੇ ਰਾਖਸ਼ ਕੋਲੋਂ ਤੁਸੀਂ ਬੰਦਗੀ ਸੁਣੀ ਹੈ? ਬੰਦਗੀ ਸਾਰੇ ਹੀ ਕਰਦੇ ਆ। ਇੱਥੇ ਮਨਮੁਖ ਵੀ ਰੱਬ ਨੂੰ ਜਪਦਾ ਹੈ, ਗੁਰਮੁਖ ਵੀ ਜਪਦਾ ਏ, ਬਸ ਫਰਕ ਇੰਨਾ ਹੀ ਹੈ ਵੀ ਸਿੱਧਾ ਰਾਹ ਕਿਹੜਾ ਏ। ਬੜੇ ਲੋਕ ਸਿਮਰਨ ਕਰਦੇ ਆਪਣੀ ਆਪਣੀ ਮੱਤ ਨਾਲ, ਆਪਣੀ ਆਪਣੀ ਸਮਝ ਨਾਲ, ਪਰ ਜਿੱਦਣ ਗੁਰੂ ਦੀ ਸਮਝ ਨਾਲ ਕਰਨਗੇ ਗੱਲ ਉਸੇ ਦਿਨ ਮੰਡੀ। ਨਾਸਤਕ ਬੰਦਾ ਵੀ ਛਿੱਕ ਮਾਰ ਕੇ ਵਾਹਿਗੁਰੂ ਕਹਿੰਦਾ, ਡਕਾਰ ਮਾਰ ਕੇ ਲੋਕੀ ਵਾਹਿਗੁਰੂ ਕਹਿੰਦੇ, ਕੀ ਭਲਾ ਹੋ ਜਾਊਗਾ? ਨਹੀਂ। ਕੱਲੀ ਜ਼ੁਬਾਨ ਤੋਂ ਰੱਬ 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 ਕਰੀ ਜਾਣਾ, ਉਹਦਾ ਕੀ ਫਾਇਦਾ? ਉਹ ਤੇ ਤੋਤਾ ਰਟਣ ਵੀ ਹੋ ਸਕਦੀ ਹੈ, ਦੁਨੀਆ ਕਰਦੀ ਹੈ, ਠੱਗ ਵੀ ਕਰਦੇ ਆ, ਸੱਜਣ ਠੱਗ ਵੀ ਕਰਦਾ ਰਿਹਾ। ਪਰ ਜਿਹਨੇ ਵਾਹਿਗੁਰੂ ਹਿਰਦੇ ਤੋਂ ਜਪਿਆ ਨਾ, ਉਧਾਰ ਉਸੇ ਦਾ ਹੋਣਾ। ਪਰ ਇਹਨਾਂ ਦਾ ਤਪ ਕਿੱਡਾ ਵੱਡਾ ਸੀ, ਹਿਰਣਕਸ਼ਿਪ ਦਾ। ਬੰਦਗੀ ਕਰ ਕਰਕੇ ਉਹਦੇ ਸਰੂਰ ਦੇ ਵਿੱਚ ਕਈ ਯੁੱਗ ਬਤੀਤ ਹੋ ਗਏ, ਹਜ਼ਾਰਾਂ ਸਾਲ ਕੱਢ ਲਏ। ਬ੍ਰਹਮਾ ਵੀ ਚਿੰਤਾ ਵਿੱਚ ਆ ਗਿਆ ਵੀ ਜੇ ਇਹਨੇ ਕੋਈ ਐਸਾ ਵਰ ਮੰਗ ਲਿਆ ਨਾ
ਕਿਤੇ ਮੈਨੂੰ ਫਨਾ ਨਾ ਕਰਦੇ, ਆਖੋ ਸਤਿਨਾਮ। ਡਰਦੇ ਹੈ। ਹੁਣ ਉਹਦੀ ਤਪੱਸਿਆ ਇੰਨੀ ਹੈ ਵੀ ਜੋ ਮੰਗੂਗਾ ਦੇਣਾ ਪੈਣਾ ਨਹੀਂ, ਉਹਨੇ ਆਪਣੀ ਤਪੱਸਿਆ ਛੱਡਣੀ ਨਹੀਂ। ਸੋਚ ਸਮਝ ਕੇ ਵਿਚਾਰ ਕੇ ਬ੍ਰਹਮੇ ਨੇ ਫਿਰ ਰੱਬ ਅੱਗੇ ਅਰਦਾਸ ਕੀਤੀ ਤੇ ਫੈਸਲਾ ਲਿਆ ਬਰਮੀ ਨੂੰ ਤੋੜਿਆ ਜਾਵੇ। ਉੱਚੇ ਸੁਰ ਸੋ ਗਿਰਾ ਉਚਾਰੇ, ਉਠ ਸੁਤ ਜਗੇ ਸੁਕ੍ਰਿਤ ਫਲ ਪਾਰੇ। ਬ੍ਰਹਮਾ ਜੀ ਨੇ ਸੋਚ ਵਿਚਾਰ ਕੇ ਫੈਸਲਾ ਲਿਆ ਤੇ ਉੱਚੀ ਆਵਾਜ਼ ਵਿੱਚ ਆਖਿਆ, ਹੇ ਪੁੱਤਰ ਉੱਠ। ਬਸ ਬਚਨਾਂ ਦੀ ਕਰਾਮਾਤ ਹੁੰਦੀ ਹੈ। ਜ਼ੁਬਾਨ ਜਿਹਨੂੰ ਪੁੱਤ ਕਹਿ ਦੇ ਨਾ, ਫਿਰ ਉਹ ਪੁੱਤ ਤੋਂ ਵੱਧ ਕੀ ਹੁੰਦਾ ਹੈ। ਜ਼ੁਬਾਨ ਜਿਹਨੂੰ ਮਾਂ ਕਹਿ ਦੇ, ਉਹ ਮਾਂ ਤੋਂ ਵੱਧ ਕੇ ਹੈ। ਹੁਣ ਜੇ ਪੁੱਤ ਸ਼ਬਦ ਕਹਿਤਾ, ਜ਼ਿੰਦਗੀ ਭਰ ਪੁੱਤ ਬਣਾ ਕੇ ਰੱਖਣਾ ਪੈਣਾ ਬ੍ਰਹਮਾ ਨੂੰ। ਹੈ ਕੌਣ ਹੈ? ਬ੍ਰਹਮਾ ਦੀ ਦੇਵਤੇ ਨੇ, ਉਹ ਰਾਖਸ਼ ਹੈ। ਕੰਮ ਲੈਣਾ ਸਾਡਾ ਮਤਲਬ ਸਿਰਫ ਇੰਨਾ, ਕਿਸੇ ਤੋਂ ਕੰਮ ਲੈਣਾ, ਪੁੱਤ ਆਹ ਚੀਜ਼ ਫੜਾਈ, ਮੁੜ ਕੇ ਭਾਵੇਂ ਪੁੱਤ ਦੇ ਫਰੰਟ ਜਾਰੀ ਕਰਦੇ ਹੋ, ਕੌਣ ਪੁੱਛਦਾ? ਮਕਸਦ ਸਿੱਧਾ ਹੋਣਾ ਚਾਹੀਦਾ ਹੈ। ਪਰ ਸਿਆਣੇ ਕਹਿੰਦੇ ਆ, ਜ਼ੁਬਾਨ ਤੋਂ ਕਿਸੇ ਨੂੰ ਪੁੱਤ ਨਾ ਕਹੋ, ਜੇ ਕਹਿਤਾ ਫਿਰ ਓੜ ਤੇ ਤੋੜ ਨਿਭਾਓ। ਬ੍ਰਹਮਾ ਜੀ ਨੇ ਸੋਚ ਸਮਝ ਕੇ ਆਖਿਆ, ਹੇ ਪੁੱਤਰ ਜਗ ਤੇ ਤੇਰੇ ਵਰਗਾ ਤਪ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਕਰ ਸਕਦਾ। ਇਹ ਕੀ ਸੀ? ਪੁੱਤ ਬਣਾ ਕੇ ਭਰਮ ਚ ਪਾਲਿਆ। ਇਹਦੀ ਤਾਰੀਫ ਕਰੋ ਤਾਂ ਜੋ ਭਗਤੀ ਚ ਅੱਗੇ ਨਾ ਵਧੇ, ਆਖੋ ਸਤਿਨਾਮ। ਕਿਉਂਕਿ ਬੰਦਾ ਨਾ ਕੋਈ ਪਾਠ ਕਰਦਾ ਨੂੰ ਇੰਨਾ ਕਹਿ ਦੋ, ਗੁਰਮੁਖੋ ਤੁਹਾਡੇ ਤੇ ਬੜੀ ਕਿਰਪਾ ਮਹਾਰਾਜ ਦੀ, ਬੜਾ ਪਾਠ ਕਰਦੇ ਹੋ, ਉਹ ਇੰਨਾ ਫੁੱਲ ਜੂਗਾ, ਇੰਨਾ ਖੁਸ਼ ਹੋ ਜੂਗਾ, ਆਖੂਗਾ ਭਾਈ ਸਾਹਿਬ ਦੁੱਧ ਛਕੋਗੇ ਕਿ ਚਾਹ ਛਕੋਗੇ, ਤੁਸੀਂ ਬਹੁਤ ਚੰਗੇ ਹੋ, ਤਾਰੀਫ ਕਰ ਗਿਆ। ਤੇ ਜੇ ਕੋਈ ਆਖੇ ਓਏ ਤੈਨੂੰ ਤੇ ਜਪਜੀ ਸਾਹਿਬ ਨਹੀਂ ਪੜ੍ਹਦਾ ਹੁੰਦਾ, ਅਸੀਂ ਪਤਾ ਕੀ ਕਹਿੰਦੇ ਆ, ਖਬਰਦਾਰ ਮੱਥੇ ਨਾ ਲੱਗੀ, ਕਿਤੇ ਸਾਹਮਣੇ ਆ ਜੇ ਤੂੰ ਘੱਟਾ ਪਾਠੀ ਬਣਿਆ ਫਿਰਦਾ, ਆਉਂਦਾ ਨਾ ਮਨ ਚ। ਕਿਉਂਕਿ ਮਨ ਸਾਡਾ ਹਮੇਸ਼ਾ ਧਰਮ ਦੀ ਦੁਨੀਆ 'ਚ ਵੀ ਇਹ ਸੁਣਦਾ, ਲੋਕੀ ਮੈਨੂੰ ਸੇਵਾਦਾਰ ਕਹਿਣ, ਲੋਕ ਮੈਨੂੰ ਇਹ ਕਹਿਣੇ ਗੁਰੂ ਘਰ ਬਹੁਤ ਜਾਂਦਾ ਹੈ, ਇਹ ਨਾਮ ਬੜਾ ਜਪਦਾ ਹੈ, ਇਹ ਸੇਵਾ ਬੜੀ ਕਰਦਾ ਹੈ। ਲੋਕਾਂ ਤੋਂ ਨਹੀਂ ਸੁਣਨਾ, ਆਸ ਨਹੀਂ ਰੱਖਣੀ ਇਸ ਚੀਜ਼ ਦੀ, ਜੇ ਬੰਦਗੀ ਨੂੰ ਅੰਦਰੋਂ ਫਲਣਾ ਹੈ। ਬ੍ਰਹਮਾ ਜੀ ਨੇ ਕਹਿ ਦਿੱਤਾ, ਹੇ ਪੁੱਤਰ ਤੇਰੀ ਅਨੰਤ ਕਾਲ ਦੀ ਬੰਦਗੀ ਹੈ, ਅਨੰਤ ਕਾਲ, ਲੰਮੇ ਚਿਰ ਤੋਂ, ਕਈ ਯੁੱਗਾਂ ਤੋਂ ਤੂੰ ਘੋਰ ਤਪ ਕੀਤਾ ਏ। ਪੂਰਬ ਤਪ ਨ ਕੀਨ ਅਸ ਕਾਹੀ, ਆਗੇ ਕੋ ਨ ਕਰੇ ਜਗ ਮਾਹੀ। ਬੜੀ ਵੱਡੀ ਗੱਲ ਬ੍ਰਹਮੇ ਨੇ ਕਹਿ ਦਿੱਤੀ। ਹੁਣ ਬ੍ਰਹਮਾ ਦੀ ਸਿਫਤ ਕਰਨ ਗੱਲ ਛੋਟੀ ਹੈ। ਤੇਰੇ ਵਰਗਾ ਤਪ ਨਾ ਕਿਸੇ ਤੋਂ ਹੋਇਆ ਤੇ ਨਾ ਪੁੱਤਰਾ ਕੋਈ ਕਰ ਸਕਦਾ। ਜਦੋਂ ਇਹ ਗੱਲਾਂ ਹਿਰਣਕਸ਼ਪ ਦੇ ਕੰਨਾਂ 'ਚ ਪੈ ਗਈਆਂ, ਰੱਬ ਨਾਲੋਂ ਬਿਰਤੀ ਟੁੱਟ ਗਈ, ਆਖੋ ਸਤਿਨਾਮ। ਆ ਚੀਜ਼ ਲੈ ਬੈਠੀ ਹੈ। ਬ੍ਰਹਮਾ ਆਇਆ ਹੀ ਤਾਂ ਆਏ, ਦੇਵਤਿਆਂ ਭੇਜਿਆ ਹੀ ਤਾਂ ਆਏ ਕਿ ਸੁਰਤ ਤੋੜੋ ਉਹਦੀ। ਜੇ ਭਗਤੀ ਸਿਰਾ ਲੱਗੀ ਪਾਦੂ ਬੜਾ ਕੇ ਉਹਦਾ ਛੱਡਣਾ ਨਹੀਂ ਉਹਨੇ ਕਿਸੇ ਨੂੰ। ਉਹਨੇ ਪ੍ਰਣ ਕੀਤਾ ਵੀ ਮੈਂ ਵਿਸ਼ਨੂੰ ਤੇ ਵਿਸ਼ਨੂੰ ਦੇ ਚੇਲੇ ਬਾਲ ਕੇ ਸਾਰੇ ਮਾਰ ਦੇਣੇ ਧਰਤੀ, ਮੈਂ ਕਿਸੇ ਨੂੰ ਜਿਉਣ ਨਹੀਂ ਦੇਣਾ, ਇੱਥੇ ਮੈਂ ਹੀ ਰੱਬ ਹੋਵਾਂਗਾ ਤੇ ਰੱਬ ਦਾ ਪਿਆਰਾ ਵੀ ਮੈਂ ਹੋਵਾਂ। ਤੇ ਬ੍ਰਹਮਾ ਜੀ ਨੇ ਕੀ ਕੀਤਾ? ਉਹੀ ਕੰਮ ਜਿਹੜੇ ਆਪਾਂ ਕਰਦੇ ਫਿਰਦੇ, ਪੰਪ ਮਾਰ ਮਾਰ ਕੇ, ਫਲਾਣੇ ਦਾ ਨਿਤਨੇਮ ਬੜਾ ਹੈ, ਤੁਹਾਡਾ ਤੇ ਅੰਮ੍ਰਿਤ ਵੇਲਾ ਬੜਾ ਹੈ, ਚੌਥੇ ਦਿਨ ਅਗਲਾ ਠਾਇਆ ਨਹੀਂ ਉੱਠਦਾ। ਬਚੋ ਸੁਣਨ ਤੋਂ ਵੀ ਤੇ ਸੁਣਾਉਣ ਤੋਂ ਵੀ। ਜਿਹੜਾ ਬੰਦਾ ਤੁਹਾਨੂੰ ਮੱਖਣ ਲਾਉਂਦਾ ਫਿਰਦਾ ਨਾ, ਬਾਰ-ਬਾਰ ਕਹਿੰਦਾ ਗੁਰਮੁਖ ਪਿਆਰੇ, ਗੁਰਮੁਖ ਪਿਆਰੇ, ਉਸ ਚਾਪਲੂਸ ਤੋਂ ਦੂਰੀ ਵੱਟੋ, ਕਿਉਂਕਿ ਉਹ ਤੁਹਾਡੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਰਿਹਾ ਹੈ। ਉਹ ਨਹੀਂ ਚਾਹੁੰਦਾ ਤੁਹਾਡੀ ਬੰਦਗੀ ਅੱਗੇ ਜਾਵੇ, ਤੁਸੀਂ ਤਪੱਸਿਆ ਹੋਰ ਕਰੋ, ਉਹ ਚਾਹੁੰਦਾ ਤੁਸੀਂ ਇਸੇ ਦਾ ਹੰਕਾਰ ਕਰਕੇ ਇੱਥੇ ਲੜਦੇ ਹੋ। ਹੁਣ ਬ੍ਰਹਮਾ ਜੀ ਨੇ ਜਿਹੜੀ ਗੱਲ ਕਹਿਤੀ ਉਹਦਾ ਅਸਰ ਹੋ ਗਿਆ। ਜਿਸ ਤਪ ਨੂੰ, ਜਿਸ ਬੰਦਗੀ ਨੂੰ ਦੇਵਤੇ ਤੋੜ ਨਹੀਂ ਸਕੇ, ਬ੍ਰਹਮੇ ਨੇ ਸਿਫਤ ਕਰਕੇ ਉਹਨੂੰ ਉਥੇ ਹੀ ਬੰਨ ਪਾ ਲਿਆ। ਦਿਵਿਆ ਬਰਖ ਛਤ ਨੀਰ ਬਹੀਨਾ, ਪ੍ਰਾਣ ਰੱਖੇ ਬਿਨ ਅਸਨ ਪਰਬੀਨਾ। ਬਰਮੀ ਵਿੱਚ ਦੀ ਆਵਾਜ਼ ਦੇ ਕੇ ਬ੍ਰਹਮਾ ਜੀ ਸੁਰਤ ਜਗਾ ਕੇ ਕਹਿੰਦੇ, ਤੂੰ ਦਿਵ ਵਰਸ਼ ਤੱਕ ਤਪ ਕੀਤਾ ਬਿਨਾ ਪਾਣੀ ਤੋਂ। ਲੋਕ ਬੜੇ ਆ ਇੱਥੇ, ਕੋਈ ਤਪੱਸਿਆ ਕਰਦਾ ਰੋਟੀ ਛੱਡ ਕੇ, ਅੰਨ ਛੱਡ ਕੇ, ਪਰ ਪਾਣੀ ਛੱਡ ਕੇ ਤਪ ਕੋਈ ਵੀ ਨਹੀਂ ਕਰਦਾ। ਪਾਣੀ ਛੱਡਿਆ ਤੇ ਗੱਡੀ ਚੜ ਜੂਗਾ। ਆਖਰਕਾਰ ਇਹ ਵੀ ਸਿਫਤ ਕਰਦੀ। ਆਹ ਚੀਜ਼ਾਂ ਨੇ ਨਾ ਭਗਤੀ ਨੂੰ ਬ੍ਰੇਕ ਡਾਊਨ ਕਰਤਾ। ਹਿਰਣਕਸ਼ਪ ਦੀ ਸੁਰਤ ਰੱਬ ਨਾਲੋਂ ਤੋੜ ਦਿੱਤੀ। ਉਹਦਾ ਧਿਆਨ ਦੇ ਵਿੱਚ ਸਿਰਫ ਬ੍ਰਹਮਾ ਦੀਆਂ ਗੱਲਾਂ ਆ ਰਹੀਆਂ। ਉਹ ਆਪਣੀ ਸਿਫਤ ਸੁਣ ਕੇ ਬੜਾ ਖੁਸ਼ ਹੋਇਆ ਵੀ ਇਹਦਾ ਮਤਲਬ ਮੈਂ ਕਈ ਯੁੱਗਾਂ ਦਾ ਤਪ ਕੀਤਾ।
ਮੈਨੂੰ ਬਹੁਤ ਕੁਝ ਪ੍ਰਾਪਤ ਹੋਏਗਾ। ਇਹਦਾ ਮਕਸਦ ਕੀ ਸੀ? ਉਹ ਯਾਦ ਆ ਗਿਆ ਵੀ ਮੈਂ ਤੇ ਵਿਸ਼ਨੂੰ ਨੂੰ ਮਾਰਨ ਵਾਸਤੇ ਭਗਤੀ ਕੀਤੀ ਹੈ। ਉਹ ਕੀ ਹੈ? ਪਰ ਕਾ ਬੁਰਾ ਨਾ ਰੱਖੋ ਜੀ। ਭਗਤੀ ਵੀ ਕਰਦਾ ਹੈ ਦੂਜੇ ਦਾ ਨੁਕਸਾਨ ਕਰਨ ਵਾਸਤੇ। ਹੁਣ ਉਹਨੇ ਉਸ ਮੰਜ਼ਿਲ ਤੇ ਪਹੁੰਚ ਜਾਣਾ ਸੀ। ਬ੍ਰਹਮਾ ਜੀ ਵਿੱਚ ਵਿਚਾਲੇ ਆ ਗਏ। ਇੰਨੀਆਂ ਸਿਫਤਾਂ ਕੀਤੀਆਂ ਬ੍ਰਹਮਾ ਨੇ ਬੈਠ ਕੇ, ਕਹਿੰਦੇ ਦਿਵ ਵਰਸ਼ ਦੀ ਭਗਤੀ ਤੇਰੀ, ਬਿਨਾਂ ਅੰਨ ਪਾਣੀ ਤੋਂ ਤੂੰ ਸਰੀਰ ਪਿੰਜਰ ਬਣਾ ਲਿਆ ਏ। ਆਪੇ ਅਵਲੋਕ ਕਠਨ ਵਡ ਤੇਰੋ, ਹਿਰਦੈ ਰਹਿ ਨਾ ਧੀਰਜ ਮੇਰੋ। ਤੇ ਬ੍ਰਹਮਾ ਤੋਂ ਕਹਿਣ ਲੱਗੇ ਹੱਸ ਕੇ, ਕਹਿੰਦੇ ਤੇਰੀ ਭਗਤੀ ਦੇਖ ਕੇ ਤੇ ਮੇਰਾ ਮਨ ਡੋਲ ਗਿਆ, ਮੈਂ ਵੀ ਘਬਰਾ ਗਿਆ। ਇਹ ਕੀ ਸੀ? ਇਹਨੂੰ ਕਹਿੰਦੇ ਪੰਜਾਬੀ ਵਾਲੇ ਫੂਕ ਛਕਾਉਣੀ। ਛਕਾਤੀ ਅਗਲੇ ਨੇ। ਹੁਣ ਜਿਹਨੂੰ ਇਹ ਪਤਾ ਲੱਗ ਗਿਆ ਵੀ ਬ੍ਰਹਮਾ ਮੇਰੇ ਸਾਹਮਣੇ ਬੈਠਾ, ਕਹਿੰਦਾ ਵੀ ਮੇਰੇ ਕੋਲ ਤੇ ਕੱਖ ਵੀ ਹੈ ਨਹੀਂ, ਤੇ ਹੰਕਾਰ ਵਧੂਗਾ ਕਰੂਗਾ ਜੀ। ਬ੍ਰਹਮਾ ਨਹੀਂ ਬੋਲਦੇ, ਸਿਫਤ ਕਰਦੇ ਆ। ਇਸੇ ਕਰਕੇ ਬਾਣੀ ਸਮਝਾਉਂਦੀ ਹੈ ਵੀ ਬੰਦਗੀ ਵਾਲੇ ਨਿੰਦਿਆ ਤੋਂ ਵੀ ਦੂਰ ਨੇ, ਉਸਤਤ ਤੋਂ ਵੀ ਦੂਰ ਨੇ। ਉਸਤਤ ਨਿੰਦਿਆ ਨਾ ਹੀ ਜੇ, ਦੋਨਾਂ ਤੋਂ ਹੀ ਬਚ ਕੇ ਰਹਿੰਦੇ ਆ। ਨਿੰਦਿਆ ਨਾ ਕਰਨੀ, ਨਾ ਸੁਣਨੀ, ਨਾ ਸਿਫਤ ਸੁਣਨੀ, ਨਾ ਸੁਣਾਉਣੀ, ਨਾ ਕਰਨੀ। ਜਦੋਂ ਬ੍ਰਹਮਾ ਜੀ ਨੇ ਕਹਿ ਦਿੱਤਾ ਨਾ ਵੀ ਮੈਨੂੰ ਤੇ ਹੁਣ ਤੇਰੀ ਤਪੱਸਿਆ ਤੋਂ ਡਰ ਲੱਗਦਾ ਹੈ, ਤੇ ਇਹ ਹੰਕਾਰ ਹਿਰਣਕਸ਼ਿਪ ਦੇ ਮਨ ਵਿੱਚ ਆਉਣਾ ਸੀ, ਮੈਥੋਂ ਤੇ ਬ੍ਰਹਮਾ ਡਰਦਾ ਹੈ। ਵਿਸ਼ਨੂੰ ਕੀ ਚੀਜ਼ ਹੈ? ਤਪ ਪ੍ਰਭਾਵ ਤੇ ਜੀਤਾ ਮੋਹੀ, ਉਠ ਜਾਚੋ ਬੰਸ਼ਤ ਦਿਓ ਤੋਹੀ। ਵੇਖ ਪੁੱਤ, ਅੱਜ ਮੈਂ ਤੇਰੀ ਸਾਰ ਲੈਣ ਵਾਸਤੇ ਆਇਆ, ਮੈਨੂੰ ਰੱਬ ਜੀ ਨੇ ਭੇਜਿਆ। ਝੂਠ ਬੋਲਤਾ ਗੋਲੇ, ਭੇਜਿਆ ਦੇਵਤਿਆਂ ਨੇ ਸੀ। ਮਤਲਬ ਦੇਵੀ ਦੇਵਤੇ ਨਾ ਜਿੰਨੇ 420 ਕਰਦੇ ਰਹੇ ਹੁਣ ਤੱਕ। ਮੈਂ ਬੜਾ ਇਤਿਹਾਸ ਪੜ੍ਹਿਆ, ਕੱਲਾ ਸਿੱਖੀ ਦਾ ਨਹੀਂ, ਸਿੱਖੀ ਦਾ ਕੱਲਾ ਇਤਿਹਾਸ ਪੜ੍ਹ ਕੇ ਤੁਸੀਂ ਦੂਜਾ ਇਤਿਹਾਸ ਨਹੀਂ ਸੁਣਾ ਸਕਦੇ। ਮੈਂ ਕਹਿੰਦਾ ਜਿੰਨਾ ਵੇਦਾਂ ਗ੍ਰੰਥਾਂ ਦੇ ਸਾਰ ਨੂੰ ਪੜ੍ਹਿਆ ਲੱਭਿਆ ਨਾ, ਮੇਰੇ ਹਿਸਾਬ ਨਾਲ ਤੇ ਸਭ ਤੋਂ ਵੱਧ ਫਰੌਡ ਤੇ 420 ਦੇਵਤੇ ਸੀ। ਰਾਖਸ਼ਾਂ ਨਾਲ ਇਹਨਾਂ ਧੋਖਾ ਕੀਤਾ। ਉਹਨਾਂ ਨੂੰ ਕੀ ਦਿੱਤਾ? ਸ਼ਰਾਬ ਲਾਤੀ। ਆਪ ਭਾਂਡੇ 'ਚ ਅੰਮ੍ਰਿਤ ਪਾ ਕੇ ਪੀ ਗਏ। ਚਲਾਕੀ ਨਹੀਂ ਹੈ। ਸਿੱਪੀਆਂ ਪੱਥਰ ਉਹਨਾਂ ਦੇ ਮੱਥੇ ਮੜਤੇ, ਸਵਰਗ ਆਪ ਲੈ ਗਏ। ਨਰਕ ਤੇ ਪਤਾਲ ਲੋਕ ਉਹਨਾਂ ਦੇ ਮੱਥੇ ਮੜਤਾ, ਕਹਿੰਦੇ ਤੁਹਾਡੇ ਲਈ ਬਹੁਤ ਬੈਟਰ ਹੈ। ਜਿਵੇਂ ਇੱਕ ਦੁਕਾਨਦਾਰ, ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਨਾ, 420 ਕੀ ਹੈ? ਜਿਹੜਾ ਕੱਪੜਾ ਦੁਕਾਨ ਤੇ ਵਿਕਦਾ ਨਹੀਂ, ਸਭ ਤੋਂ ਸਸਤਾ ਇਹ ਬਹੁਤ ਪੁਰਾਣਾ ਹੋ ਗਿਆ, ਉਹਨੇ ਵਾਰ-ਵਾਰ ਕੱਢ ਕੇ ਕਹੀ ਜਾਣਾ ਭੈਣ ਜੀ ਆਹ ਲੈ ਲਓ, ਬੜੀ ਅੱਛੀ ਕੁਆਲਿਟੀ ਹੈ, ਸਸਤਾ ਵੀ ਪੈ ਜਾਊਗਾ। ਉਹਨੂੰ ਪਤਾ ਵੀ ਬ੍ਰਾਂਡ ਤੇ ਮੇਰਾ ਹਰ ਵੇਲੇ ਵਿਕ ਜਾਣਾ, ਕਬਾੜ ਕੱਢੋ, ਇਹਨਾਂ ਲੈ ਜਾਣਾ। ਤੇ ਦੇਵਤੇ ਆਹੀ ਕੁਛ ਕਰਦੇ। ਹੁਣ ਬ੍ਰਹਮਾ ਸ੍ਰਿਸ਼ਟੀ ਬਣਾਉਣ ਵਾਲਾ ਚਲਾਕੀ ਖੇਡਣ ਲੱਗਾ ਹੋਇਆ ਹੈ। ਕਹਿੰਦਾ ਤੇਰੇ ਤੇ ਮੈਂ ਇੰਨਾ ਖੁਸ਼ ਹੋ ਗਿਆ ਨਾ, ਮੈਨੂੰ ਰੱਬ ਨੇ ਭੇਜਿਆ, ਤੂੰ ਭਗਤਾ ਜੋ ਮੰਗੇਗਾ ਉਹ ਦਿਆਂਗਾ, ਜੋ ਮੰਗੇਗਾ। ਦੁਨੀਆ ਤੇਰੇ ਪੈਰਾਂ 'ਚ, ਬ੍ਰਹਿਮੰਡ ਵਿੱਚ ਤੇਰੀ ਸਭ ਤੋਂ ਵੱਧ ਭਗਤੀ ਹੈ। ਕਿਸੇ ਨੂੰ ਗਰਕ ਕਰਨਾ ਨਾ, ਸੁੱਟਣਾ ਏ, ਉਹਦੀ ਸਿਫਤ ਕਰਨ ਲੱਗ ਜਾਓ। ਆਹ ਬਹੁਤ ਗੁਰਮੁਖ ਹੈ, ਇਹਦੀ ਬੰਦਗੀ ਬਹੁਤ ਹੈ, ਇਹਦੀ ਸੇਵਾ ਬੜੀ ਹੈ, ਚੜ੍ਹਦੀ ਕਲਾ। ਇੱਕ ਸੰਤਾਂ ਦੀ ਸੇਵਾ ਕਰਦੇ ਆ, ਅਗਲਾ ਭੂਸਰ ਕੇ ਇਹੋ ਜਿਹੀ ਗੱਲ ਕਹਿ ਦਿੰਦਾ ਹੈ, ਮੁੜ ਕੇ ਉਹਦਾ ਭਗਤੀ 'ਚ ਵੀ ਮਨ ਨਹੀਂ ਲੱਗਦਾ, ਟੁੱਟ ਜਾਂਦਾ ਅੰਦਰ। ਇਹ ਤੋੜਨ ਦਾ ਤਰੀਕਾ ਹੈ। ਬ੍ਰਹਮਾ ਜੀ ਨੇ ਇੰਨੀ ਸਿਫਤ ਕੀਤੀ, ਇੰਨੀ ਸਿਫਤ ਹਿਰਣਕਸ਼ਿਪ ਦੀ ਕੀਤੀ, ਕਹਿੰਦੇ ਪੁੱਤਰ ਉੱਠ ਤੇ ਸਹੀ, ਜਾਗ ਤੇ ਸਹੀ, ਅੱਜ ਤੇਰੇ ਨਾਲ ਪ੍ਰਣ ਕਰਦਾ, ਜੋ ਮੰਗੇਗਾ ਉਹ ਦਿਆਂਗਾ, ਜੋ ਮੰਗੇਗਾ। ਤੇ ਹਿਰਣਕਸ਼ਿਪ ਦੇ ਮਨ 'ਚ ਆਇਆ ਵੀ ਇਹ ਤੋਂ ਮੰਗ ਲੈਂਦੇ ਆ ਵੀ ਦੇ ਫਿਰ ਵਿਸ਼ਨੂੰ ਕਿੱਥੇ ਆ, ਸਾਡਾ ਨਾਮ ਆਈ ਚਾਹੀਦਾ ਆਪਾਂ। ਇਸੇ ਪਿੱਛੇ ਤੇ ਬੈਠਾ ਸਾਰਾ ਕੁਝ ਛੱਡ ਕੇ। ਬ੍ਰਹਮਾ ਜੀ ਨੇ ਫੇਰ ਆਖਿਆ, ਅੰਦਰੋਂ ਆਵਾਜ਼ ਆਈ, ਕਹਿੰਦੇ ਪਿਤਾ ਜੀ। ਉਹਨੇ ਪਿਤਾ ਸ਼ਬਦ ਕਿਉਂ? ਉਹਨੇ ਪੁੱਤ ਕਹਿਦਾ। ਕਹਿੰਦਾ ਬਾਪੂ ਜੀ, ਪੁੱਤ ਦੀ ਜਿੱਦ ਅੱਗੇ ਕਈ ਵਾਰ ਨਾ ਪਿਤਾ ਨੂੰ ਝੁਕਣਾ ਪੈ ਜਾਂਦਾ ਹੈ। ਪ੍ਰਣ ਕਰੋ ਮੇਰੇ ਨਾਲ, ਵਾਅਦਾ ਕਰੋ ਵੀ ਜੋ ਮੈਂ ਮੰਗਾ ਸੋ ਦਊਂਗੇ। ਫਿਕਰ ਬ੍ਰਹਮੇ ਨੂੰ ਵੀ ਪੈ ਗਿਆ ਵੀ ਕਿਤੇ ਮੇਰੀ ਉਹ ਜਾਨ ਨਾ ਮੰਗ ਲਿਆ। ਇਹ ਵੀ ਤੇ ਪੰਗਾ ਹੈ। ਇਹੀ ਕਹਿ ਦੇ ਵੀ ਵਿਸ਼ਨੂੰ ਦੇ ਨਾਲ ਨਾਲ ਮੈਂ ਤੇ ਬ੍ਰਹਮਾ ਵੀ ਨਹੀਂ ਰਹਿਣ ਦੇਣਾ। ਡਰਦੇ ਡਰਾਉਂਦੇ ਦੇਵਤਿਆਂ ਦੇ ਪਿੱਛੇ ਲੱਗ ਬ੍ਰਹਮਾ ਜੀ ਕਹਿੰਦੇ ਵੇਖੀ ਜਾਓ ਜੋ ਹੋਊ। ਕਹਿੰਦੇ ਪੁੱਤਰ ਅਵਸ਼ ਮਿਲੇਗਾ, ਜੋ ਮੰਗੇਗਾ ਸੋ ਤੈਨੂੰ ਦੇਾਂਗੇ। ਲੱਖ ਅਮੋਗ ਮਮ ਦਰਸ਼ਨ ਜੋਈ, ਦੇਵ ਅਦੇਵ ਬਸਤ ਜੋ ਹੋਈ। ਵਰ ਦੇਣ ਦੀ ਗੱਲ ਕਰ ਲਈ, ਕਹਿੰਦੇ ਉਹ ਦਿਆਂਗਾ ਜੋ ਮੈਂ ਨਹੀਂ ਦੇ ਸਕਦਾ, ਉਹ ਵੀ ਦੇ ਦਿਆਂਗਾ। ਅਮੋਗ ਜੋ ਦੁਨੀਆ 'ਚ ਮਿਲਦਾ ਹੀ ਨਹੀਂ ਕਿਤੇ, ਉਹ ਵੀ ਦੇ ਦਿਆਂਗਾ। ਤੇਰੀ ਇਸ ਭਗਤੀ ਅੱਗੇ ਤੇਰੀ ਹਰ ਮੰਗ ਜਾਇਜ਼।
ਇਹ ਕੀ ਹੈ? ਬੜੀ ਵੱਡੀ ਰਾਜਨੀਤੀ ਹੈ। ਜਦੋਂ ਆਹ ਹੁਣ ਕਿਸਾਨੀ ਅੰਦੋਲਨ ਚੱਲਦਾ ਸੀ ਨਾ, ਸਰਕਾਰ ਕਹਿੰਦੀ ਸੀ ਟੇਬਲ ਤੇ ਬੈਠੋ, ਉਹਦਾ ਭਾਵ ਕੀ ਹੈ? ਜਦੋਂ ਤੁਸੀਂ ਕਿਸੇ ਨਾਲ ਟੇਬਲ ਟਾਕ ਕਰਨ ਵਾਸਤੇ ਬਹਿ ਜਾਓਗੇ ਨਾ, 50% ਤੁਸੀਂ ਮੰਨ ਕੇ ਜਾਓਗੇ ਵੀ ਕੁਛ ਤੇਰੀਆਂ ਕੁਛ ਮੇਰੀਆਂ। ਸੱਚ ਹੈ ਜਾਂ ਝੂਠ ਹੈ? ਅੱਧੇ ਹਾਰ ਕੇ ਜਾਓਗੇ। ਜਦ ਬਹਿ ਗਏ ਅਗਲੇ ਨੇ ਅੱਧੀਆਂ ਗੱਲਾਂ ਹੋਰ ਬਣਾ ਲੈਣੀਆਂ ਤੁਹਾਡੇ ਤੋਂ। ਇਹੀ ਗੱਲ ਹੈ ਵੀ ਸਿਆਣਾ ਲੀਡਰ ਕਦੇ ਕਿਸੇ ਦੇ ਬਰਾਬਰ ਨਹੀਂ ਬਹਿੰਦਾ। ਉਹ ਕਹਿੰਦਾ ਨਹੀਂ, ਜਿੱਥੇ ਬੈਠੇ ਉੱਥੇ ਬੈਠੇ, ਤੂੰ ਇੱਥੇ ਆ ਜਾ, ਅਸੀਂ ਤੇਰੇ ਕੋਲ ਨਹੀਂ। ਹੁਣ ਬ੍ਰਹਮਾ ਜੀ ਕਹਿੰਦੇ ਤੂੰ ਜੋ ਮੰਗੇਗਾ ਸੋ ਦੇਵਾਂਗਾ। ਮਤਲਬ ਬ੍ਰਹਮਾ ਜਾਣ ਗਿਆ ਵੀ ਇਹਨੇ ਐਡੀ ਗੱਲ ਕਹਿਤੀ ਵੀ ਤੁਹਾਡੇ ਤੋਂ ਦੇ ਨਹੀਂ ਹੋਣਾ, ਮਤਲਬ ਇਹ ਸਹਿਮਤ ਹੈ। ਇਹਦਾ ਤਪ ਰੁਕ ਗਿਆ, ਇਹਨੇ ਅੱਗੇ ਜਾਣਾ ਨਹੀਂ, ਮਤਲਬ ਮੈਨੂੰ ਇੱਥੇ ਹੀ ਬਲੌਕ ਕਰ ਲਿਆ। ਕਹਿੰਦੇ ਪੁੱਤਰਾ ਮੈਨੂੰ ਖੁਸ਼ੀ ਹੋਈ ਵੀ ਤੇਰੀ ਇਹ ਬੰਦਗੀ ਦੇਖ ਨਾ, ਸਾਰੀ ਧਰਤੀ ਤੇ ਤੇਰੀ ਸਿਫਤ ਹੋ ਰਹੀ ਹੈ। ਸਿਫਤ ਹੁੰਦੀ ਸੀ ਕਿ ਗਾਲਾਂ ਕੱਢਦੇ ਸੀ ਲੋਕ? ਹਾਹਾਕਾਰ ਤੇ ਮੱਚੀ ਪਈ ਸੀ। ਦੇਵਤੇ ਭੱਜੇ ਫਿਰਦੇ ਆ, ਕਹਿੰਦੇ ਯਾਰ ਉਹਨੂੰ ਹਟਾਓ ਭਗਤੀ ਕਰਨ ਤੋਂ, ਧਰਤੀ ਨਾ ਪਲਟ ਜੇ ਕਿਤੇ, ਸਵਰਗ ਲੋਕ ਤੇ ਰਾਜ ਨਾ ਕਰ ਲੇ। ਪਰ ਕਹਿਣਾ ਪੈਂਦਾ ਨਾ, ਤਾਰੀਫਾਂ ਕਈ ਤਰ੍ਹਾਂ ਦੀਆਂ ਨੇ। ਅੱਜ ਦੇ ਸਮੇਂ ਦਾ ਇੱਕ ਸ਼ਬਦ ਹੈ, ਕਿਸੇ ਨੂੰ 100 ਗਾਲ ਕੱਢ ਦੋ ਤੇ ਇੱਕ ਸ਼ਬਦ ਕਹਿ ਦੋ ਤੂੰ ਬਹੁਤ ਸਮਾਰਟ ਹੈ, ਅਗਲਾ ਖੁਸ਼ ਹੋ ਜਾਂਦਾ ਹੈ। ਅੱਛਾ, ਉਹ 'ਚ ਬੇਈਮਾਨ ਵੀ ਹੈ, ਠੱਗ ਵੀ ਹੈ, ਚੋਰ ਵੀ ਹੈ, ਕਪਟੀ ਵੀ ਹੈ, 420 ਵੀ ਹੈ, ਛਲਾਵਾ ਵੀ ਹੈ, ਸਭ ਕੁਛ ਹੀ ਹੈ। ਸਮਾਰਟ ਫੀਚਰ। ਜਿਵੇਂ ਅੱਗੇ ਟੀਵੀ ਸਿਰਫ ਅੰਟੀਨੇ ਨਾਲ ਚੱਲਦਾ ਸੀ, ਫਿਰ ਕੇਬਲ ਆ ਗਈ, ਹੁਣ ਵਾਈਫਾਈ ਤੇ ਸਾਰਾ ਕੁਝ ਚੱਲੀ ਜਾਂਦਾ ਹੈ। ਸਮਾਰਟ। ਬਚੋ ਇਹਨਾਂ ਚੀਜ਼ਾਂ ਤੋਂ। ਬਟਰਿੰਗ ਕਰਦੀ ਦੁਨੀਆ ਬਹੁਤ। ਬਾਹਰ ਵੀ ਸਿੱਖੋ ਤੇ ਅੰਦਰ ਵੀ ਸਿੱਖੋ। ਬ੍ਰਹਮਾ ਜੀ ਕਹਿਣ ਲੱਗੇ ਪੁੱਤਰ ਉੱਠ ਤੇ ਸਹੀ ਇੱਕ ਵਾਰ, ਕੀ ਹਾਲਤ ਬਣਾਈ ਤੂੰ ਆਪਣੀ, ਤੈਨੂੰ ਰਾਜ ਦੇ ਦਿਆਂਗਾ, ਰਾਜ, ਸ੍ਰਿਸ਼ਟੀ ਦਾ ਰਾਜ। ਕਿਉਂਕਿ ਉਹ ਸ੍ਰਿਸ਼ਟੀ ਬਣਾਉਣ ਵਾਲਾ ਹੈ, ਉਹਨੇ ਇਹ ਵੀ ਉਹਨੂੰ ਵਰ ਦੇ ਦਿੱਤਾ ਏ। ਅਸ ਕੈ ਤਿੰਨ ਤਨ ਕੇ ਤਿੰਨ ਟਾਰੇ, ਲੈ ਕਰ ਮਿਹ ਜਲ ਅੰਜਲ ਪਾਰੇ। ਬ੍ਰਹਮਾ ਜੀ ਦੇ ਹੁਕਮ ਦੇ ਨਾਲ ਕਹਿੰਦੇ ਆਸੇ ਪਾਸੇ ਤੋਂ ਬਰਮੀ ਲਾਈ ਗਈ, ਝਾੜ ਫੂਸ ਜੋ ਸੀ ਅਲੱਗ ਕੀਤਾ ਗਿਆ। ਫਿਰ ਬ੍ਰਹਮਾ ਨੇ ਗੜਬੇ 'ਚ ਜਲ ਲਿਆ ਤੇ ਮਾਰਿਆ ਛੱਟਾ। ਛੱਟਾ ਮਾਰ ਦਿੱਤਾ ਰੱਬ ਦਾ ਨਾਮ ਲੈ ਕੇ, ਅਕਾਲ ਕਹਿ ਕੇ। ਹੁਣ ਬ੍ਰਹਮਾ ਤੇ ਮੰਨਦਾ ਰੱਬ ਨੂੰ ਹੀ ਹੈ, ਕਿਉਂਕਿ ਆਹ ਦੁਨੀਆ ਦੀ ਨਾ ਸਭ ਤੋਂ ਵੱਡੀ ਸੁਪਰੀਮ ਪਾਵਰ ਬ੍ਰਹਮਾ ਜੀ ਨੇ, ਜੋ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਸਾਜਦਾ ਹੈ। ਬਣਾਉਣ ਵਾਲਾ ਵੱਡਾ ਏ, ਤੋੜਨ ਵਾਲਾ ਤੇ ਹਰੇਕ ਹੀ ਹੈ। ਮਿਸਤਰੀ ਵੱਡਾ ਜਿਹਨੇ ਮਕਾਨ ਬਣਾਏ, ਢਾਉਣ ਨੂੰ ਕੀ ਹੈ, JCB ਦਾ ਇੱਕ ਧੱਕਾ ਬੜਾ, ਮਿੰਟ 5 ਲੱਗਦੇ ਆ। ਮਿਹਨਤ ਬਣਾਉਣ ਵਾਲੇ ਦੀ ਆ। ਬ੍ਰਹਮਾ ਜੀ ਦਾ ਰੁਤਬਾ ਦੇਵੀ ਦੇਵਤਿਆਂ 'ਚ ਸਾਰਿਆਂ ਤੋਂ ਵੱਡਾ ਹੈ। ਅੱਜ ਉਹ ਸਾਹਮਣੇ ਬੈਠੇ ਆ, ਕਹਿੰਦੇ ਜਦੋਂ ਜਲਦਾ ਮਾਰਿਆ ਛੱਟਾ, ਵਿਧਿਆਚਲ ਪਰਬਤ ਤੇ ਖੜ ਕੇ ਸਵਰਗਾਂ ਦੇ ਦੇਵਤੇ ਦੇਖ ਰਹੇ ਸੀ। ਦੇਖ ਰਾਖਸ਼ ਵੀ ਰਹੇ ਆ, ਪਰ ਰਾਖਸ਼ ਲੜੇ ਕਿਉਂ ਨਹੀਂ? ਕਹਿੰਦੇ ਲੈ ਸਾਡੇ ਗੁਰੂਦੇਵ ਨੇ ਰਾਜ ਭਾਗ ਤੋਂ ਬਾਅਦ ਐਡਾ ਤਪ ਕੀਤਾ, ਅੱਜ ਤੇ ਦੇਵਤੇ ਭੱਜੇ ਫਿਰਦੇ ਹੱਥ ਜੋੜ ਕੇ ਵੀ ਦੱਸ ਕੀ ਮੰਗਦਾ ਹੈ। ਇਹ ਪੰਜਾਬ ਵਾਲਾ ਕੰਮ ਥੋੜੀ ਹੈ ਵੀ ਗੱਲਾਂ ਵੱਡੀਆਂ ਵੱਡੀਆਂ ਕਰਕੇ ਦਾਰੂ ਦੀ ਬੋਤਲ ਦੀ ਵੋਟ ਪਾਏ ਆਉਂਦੇ ਆ। ਸਤਿਨਾਮ। ਪੌਣੇ 5 ਸਾਲ ਗਾਲਾਂ ਕੱਢਦੇ ਆ, ਤੇ ਜਿੱਦਣ ਵੋਟ ਪਾਉਣੀ ਜਾਣੀ ਹੈ ਨਾ, ਘਰ ਵਾਲੀ ਨੂੰ ਵੀ ਨਹੀਂ ਦੱਸ ਕੇ ਜਾਂਦੇ, ਉੱਥੇ ਹੀ ਪਾਏ ਹੁੰਦੇ। ਇਹ ਪੰਜਾਬੀ ਨਹੀਂ ਹੈ, ਇਹ ਦੇਵਤੇ ਸੀ। ਬ੍ਰਹਮਾ ਜੀ ਨੇ ਜਲਦਾ ਮਾਰਿਆ ਛੱਟਾ, ਉੱਚੀ ਆਵਾਜ਼ ਵਿੱਚ ਆਖਿਆ ਹੇ ਪੁੱਤਰ ਉੱਠ, ਆਪਣੇ ਦੀਦਾਰ ਬਖਸ਼ ਦੇ। ਪਰਟਿਓ ਧਵ ਪਰ ਚੰਡ ਬਲ ਹਰ ਕੇ, ਬਜਰ ਸਮਾਨ ਨਿਠੁਰ ਤਨ ਧਰ ਕੇ। ਇੱਕਦਮ ਪਾਣੀ ਦਾ ਜਲ ਦਾ ਛਿੱਟਾ ਵੱਜਿਆ। ਕਹਿੰਦੇ ਵਿਧਿਆਚਲ ਪਰਬਤ ਤੇ ਭਾਂਬੜ ਮੱਚ ਗਏ ਅੱਗ ਦੇ। ਹਾਹਾਕਾਰ ਜਿਵੇਂ ਭੱਠਾ ਚੱਲਦਾ ਹੁੰਦਾ। ਬੜੀ ਦੇਰ ਤੱਕ ਕਹਿੰਦੇ ਅੱਗ ਪ੍ਰਬਲ ਉੱਡਦੀ ਰਹੀ, ਮੱਚਦੀ ਰਹੀ, ਜਲਦੀ ਰਹੀ। ਦੁਨੀਆ ਵੇਖਦੀ ਵੀ ਇੱਥੇ ਪਰਬਤ ਸੜ ਜਾਏਗਾ। ਆਖਰਕਾਰ ਉਸ ਅੱਗ ਵਿੱਚੋਂ ਇੱਕ ਸੋਨੇ ਦੇ ਸਰੂਪ ਵਰਗਾ ਪੁਰਖ ਪੈਦਾ ਹੋਇਆ, ਕਿਉਂਕਿ ਅੱਗ ਇਹੋ ਜਿਹੀ ਚੀਜ਼ ਹੈ, ਸ਼ੁੱਧ ਬਣਾ ਦਿੰਦੀ ਹਰ ਚੀਜ਼ ਨੂੰ। ਜੋ ਮਰਜ਼ੀ ਰੱਖ ਦਿਓ ਅੱਗ ਤੇ, ਹਰ ਚੀਜ਼ ਪਵਿੱਤਰ ਹੋ ਜਾਂਦੀ। ਸੋਨਾ ਰੱਖ ਦਿਓ, ਗੋਲਡਨ ਪਾਣੀ ਬਣਾ ਦਿੰਦੀ ਹੈ। ਚਾਂਦੀ ਰੱਖ ਲਓ, ਪਿੱਤਲ ਰੱਖ ਲਓ, ਤਾਂਬਾ ਰੱਖ ਲਓ, ਲੋਹਾ ਰੱਖ ਦਿਓ, ਪਾਣੀ ਦੀ ਸ਼ੇਪ 'ਚ ਲੈ ਆਉਂਦੀ, ਕਨਵਰਟ ਕਰ ਦਿੰਦੀ ਹੈ। ਸ਼ੁੱਧ ਹੈ ਨਾ ਅੱਗ। ਕਹਿੰਦੇ ਉਸ ਅੱਗ ਦੇ ਵਿੱਚੋਂ ਇੱਕ ਪੁਰਖ ਪੈਦਾ ਹੋਇਆ, ਉੱਚਾ ਲੰਬਾ ਕੱਦ ਸਰੀਰ। ਉਹ ਸਨ ਹਿਰਣਕਸ਼ਪ, ਜਿਹਨੂੰ ਬਾਣੀ ਨੇ ਹਰਨਾਕਸ਼ ਲਿਖਿਆ। ਬਾਣੀ ਲਿਖਦੀ ਤਾਂ ਹਰਨਾਕਸ਼ ਦੁਸ਼ਟਾਂ ਮਾਰੇ। ਔਖਾ ਜਿਹਾ ਕਹਿ ਦਈਦਾ ਵੀ ਭਗਤ ਪ੍ਰਹਿਲਾਦ ਨੇ ਕਿਹਾ ਤੇ ਰੱਬ ਨੇ ਤਾਂ ਮਾਰੋ। ਐਡਾ ਵਿਹਲਾ ਉਹ ਹਰਨਾਕਸ਼ ਨੂੰ ਮਾਰਨਾ ਗਿਆ। ਕਿਉਂ ਮਾਰਿਆ ਉਹਨੇ? ਉਹ ਤੋਂ ਪਹਿਲਾਂ ਹੀ ਜਾਣਨਾ ਪੈਣਾ ਏ ਵੀ ਹਰਨਾਕਸ਼ ਦਾ ਤਪ ਐਡਾ ਵੱਡਾ ਸੀ ਵੀ ਦੇਵਤੇ ਕੁਛ ਨਹੀਂ ਸੀ ਉਹਦੇ ਸਾਹਮਣੇ।
ਬ੍ਰਹਮਾ ਵੀ ਕੁਛ ਨਹੀਂ ਸੀ। ਤੇ ਜਿਹੜਾ ਐਡੀ ਵੱਡੀ ਕਲਾ ਦਾ ਮਾਲਕ ਹੋਵੇ ਬਾਈ, ਉਹਨੂੰ ਤੇ ਫਿਰ ਰੱਬ ਹੀ ਮਾਰ ਸਕਦਾ, ਦੂਜਾ ਤੀਜਾ ਹੈ ਹੀ ਕੋਈ ਨਹੀਂ। ਬ੍ਰਹਮਾ ਜੀ ਦੇ ਸਾਹਮਣੇ ਉੱਠੇ, ਅੱਗ ਚੋਂ ਪ੍ਰਗਟ ਹੋਇਆ, ਉਸ ਕੁੰਡ ਵਿੱਚੋਂ ਦੋਨੇ ਹੱਥ ਜੋੜ ਚਰਨਾਂ ਤੇ ਸੀਸ ਨਵਾਇਆ ਏ। ਹੇਮ ਤਪਤ ਕੇ ਕ੍ਰਾਂਤ ਸਮਾਨਾ, ਮਨਹੁ ਦੂਸਰੋ ਭਇਓ ਕਿਰਸਾਨਾ। ਮੰਨ ਲਓ ਕਹਿੰਦੇ ਜਿਵੇਂ ਦੂਜਾ ਜੀਵਨ ਹੋਵੇ, ਸੋਨੇ ਵਰਗਾ ਰੰਗ ਤੇ ਸੋਨੇ ਜੈਸਾ ਸਰੂਪ ਹਿਰਣਕਸ਼ਪ ਦਾ। ਫਿਰ ਉਹਨੂੰ ਕਹਿੰਦੇ ਸੀ ਹਰਣਾਕਸ਼, ਕਿਉਂਕਿ ਸੋਨੇ ਵਰਗਾ ਰੰਗ ਸੀ ਤਾਂ ਹਰਣਾਕਸ਼ ਕਹਿੰਦੇ ਸੀ। ਸਾਹਮਣੇ ਪ੍ਰਗਟ ਹੋਇਆ, ਜਦੋਂ ਉਹਨੇ ਪਿਤਾ ਸ਼ਬਦ ਹੀ ਕਹਿਤਾ ਫਿਰ ਤੇ ਮੱਥਾ ਟੇਕੂਗਾ ਨਾ। ਵਾਦਾ ਕੀਤਾ, ਪ੍ਰਣ ਕੀਤਾ ਵੀ ਮੈਂ ਜੋ ਮੰਗਾ ਮੈਨੂੰ ਉਹ ਦਓ, ਮੈਂ ਕੋਈ ਭੀਖ ਨਹੀਂ ਮੰਗਦਾ, ਮੈਂ ਆਪਣੀ ਭਗਤੀ ਦਾ, ਆਪਣੀ ਮਿਹਨਤ ਦਾ ਫਲ ਮੰਗਣਾ ਹੈ। ਤੇ ਬ੍ਰਹਮਾ ਜੀ ਸਾਹਮਣੇ ਖੜੇ ਆ, ਭਗਤ ਪ੍ਰਹਿਲਾਦ ਦੱਸਦੇ ਆ, ਕਹਿੰਦੇ ਬ੍ਰਹਮਾ ਵੀ ਡਰਿਆ ਹੋਇਆ ਸੀ ਵੀ ਇਹਦਾ ਕੀ ਪਤਾ ਹੈ ਇਹ ਕੀ ਕੁਝ ਮੰਗ ਲਵੇ। ਅਗਰ ਜੇ ਦੇਖਿਓ ਬ੍ਰਹਮਾ ਠਾਂਡਾ, ਹਿਰਦੈ ਅਤਿਸ਼ੈ ਆਨੰਦ ਬੜਾ। ਹੁਣ ਦੇਣ ਵਾਲੇ ਨੂੰ ਸਦਾ ਵੱਡਾ ਮੰਨਿਆ ਜਾਂਦਾ ਹੈ, ਲੈਣ ਵਾਲਾ ਸਦਾ ਨਿਮਰਤਾ ਰੱਖਦਾ। ਕਹਿੰਦੇ ਹਿਰਣਕਸ਼ਪ ਨੇ ਨਾ ਦੋਨੇ ਹੱਥ ਜੋੜ ਕੇ 7 ਵਾਰ ਵੰਦਨਾ ਕੀਤੀ ਬ੍ਰਹਮਾ ਨੂੰ, 7 ਵਾਰ, ਕਿਉਂਕਿ ਉਹਨੇ ਪਿਤਾ ਕਹਿਤਾ, ਉਹਨੇ ਪੁੱਤਰ ਕਹਿਤਾ। ਹੁਣ ਪਿਤਾ ਪੁੱਤ ਇਕੱਠੇ ਹੋ ਗਏ। ਹੁਣ ਪਿਤਾ ਪੁੱਤ ਵਿੱਚ ਵੀ ਕਈ ਤਰ੍ਹਾਂ ਦੇ ਸਮਝੌਤੇ ਹੁੰਦੇ ਆ, ਹਰ ਵਾਰ ਪਿਤਾ ਦੀ ਵੀ ਨਹੀਂ ਚੱਲਦੀ ਤੇ ਹਰ ਵਾਰ ਪੁੱਤ ਦੀ ਵੀ ਨਹੀਂ ਮੰਨੀ ਜਾਂਦੀ ਹੁੰਦੀ। ਕਿਤੇ ਬਾਪੂ ਸਹੀ ਹੁੰਦਾ, ਕਿਤੇ ਪੁੱਤ ਸਹੀ ਹੁੰਦਾ। ਹਿਰਣਕਸ਼ਪ ਹੱਥ ਜੋੜ ਕੇ ਸੀਸ ਨਵਾ ਕੇ ਕਹਿੰਦਾ ਮੈਂ ਹਿਰਦੇ ਤੋਂ ਵੰਦਨਾ ਕਰਦਾ, ਅਭਿਵੰਦਨ ਹਿਰਦੇ ਤੋਂ। ਬ੍ਰਹਮਾ ਜੀ ਕਹਿੰਦੇ ਆਇਆ ਸ਼ੀਮਾਨ ਭਵ ਪ੍ਰਸੰਨ ਚਿਤ, ਪੁੱਤਰਾ ਤੇਰੇ ਵਰ ਤੋਂ ਰੱਬ ਵੀ ਪ੍ਰਸੰਨ ਹੈ, ਦੇਵਤੇ ਵੀ ਪ੍ਰਸੰਨ ਨੇ, ਮੰਗ ਕੀ ਮੰਗੇਗਾ। ਹੁਣ ਤੁਸੀਂ ਸੋਚੋ, ਬ੍ਰਹਮਾ ਜੀ ਨੇ ਝੂਠ ਬੋਲਿਆ, ਕਹਿੰਦਾ ਦੇਵਤੇ ਪ੍ਰਸੰਨ ਨੇ। ਉਹ ਦੇਵਤੇ ਤੇ ਕਹਿੰਦੇ ਸਾਨੂੰ ਬਚਾ ਲਾ, ਵੀ ਜੇ ਉਹਨੇ ਵਰ ਮੰਗ ਲਿਆ ਵਿਸ਼ਨੂੰ ਤੰਗ ਜਾਣਾ। ਉਹ ਕਹਿੰਦਾ ਵੀ ਦੇਵਤੇ ਮੰਗਦੇ, ਸਭ ਖੁਸ਼ ਨੇ, ਤੇ ਖੁਸ਼ ਕੋਈ ਨਹੀਂ ਸੀ। ਇਹ ਭਗਤੀ ਵੀ ਇੱਕ ਈਰਖਾ ਚੋਂ ਜਨਮ ਲੈ ਰਹੀ ਸੀ। ਭਗਤੀ ਈਰਖਾ ਚੋਂ, ਬੜਾ ਕੁਝ ਹੁੰਦਾ ਦੁਨੀਆ ਤੇ। ਉਹਦੀ ਭਗਤੀ ਈਰਖਾ ਦੀ ਕਿਹੜੀ ਹੈ? ਉਹ ਕਹਿੰਦਾ ਮੈਂ ਭਗਤੀ ਕਰਕੇ ਤਪ ਕਰਕੇ ਉਹੋ ਜਿਹੇ ਵਰ ਲੈਣੇ ਵੀ ਮੈਂ ਦੇਵਤਾ ਤੇ ਭਗਤ ਛੱਡਣਾ ਹੀ ਕੋਈ ਨਹੀਂ। ਈਰਖਾ ਨੂੰ ਜਨਮੀ ਨਾ ਭਗਤੀ। ਹੁਣ ਜਿਹੋ ਜਿਹੀ ਭਗਤੀ ਆ ਉਹੋ ਜਿਹਾ ਫਲ ਹੈ। ਬ੍ਰਹਮਾ ਜੀ ਦੇ ਸਾਹਮਣੇ ਬਿਠਾ ਲਿਆ, ਆਪ ਵੀ ਚੌਂਕੜਾ ਮਾਰ ਕੇ ਬੈਠ ਗਏ। ਕਹਿੰਦੇ ਸੋਚ ਲੰਮਾ ਸਾਹ ਲੈ, ਕੀ ਤੈਨੂੰ ਚਾਹੀਦਾ ਹੈ, ਜੋ ਚਾਹੇਗਾ ਅਵश्य ਹੁਣੇ ਮਿਲੇਗਾ। ਬੰਧਨ ਕੀਨ ਹੱਥ ਦਵੇ ਜੋਰੀ, ਉਸਤਤ ਲਾਗੋ ਕਰਨ ਬਹੋਰੀ। ਜਦੋਂ ਬ੍ਰਹਮਾ ਜੀ ਨੇ ਕਿਹਾ ਅੱਜ ਜੋ ਮੰਗੋਗੇ ਸੋ ਦੇਾਂਗੇ, ਉਸ ਵੇਲੇ ਹਿਰਣਕਸ਼ਪ ਨੇ ਬ੍ਰਹਮਾ ਜੀ ਦੀ ਮਹਿਮਾ ਕੀਤੀ, ਸਿਫਤ ਕੀਤੀ, ਮਤਲਬ ਜਿਵੇਂ ਆਰਤੀ ਉਤਾਰੀ ਦੀ ਹੈ, ਕੁਛ ਪਾਉਣ ਤੋਂ ਪਹਿਲਾਂ ਸਿਫਤ। ਤੇ ਬ੍ਰਹਮਾ ਜੀ ਨੂੰ ਥੋੜਾ ਜਿਹਾ ਹੌਸਲਾ ਹੋ ਗਿਆ ਵੀ ਚੱਲ ਕੋਈ ਨਹੀਂ, ਆਪਣੇ ਅੰਡਰ ਹੈ, ਸਿਫਤ ਲੱਗ ਗਿਆ ਕਰਨ। ਜੇ ਉਹ ਸਿਫਤ ਨਾ ਕਰਦਾ, ਉੱਠਣ ਸਾਰ ਹੀ ਸ਼ਰਾਫ ਦੇ ਦਿੰਦਾ, ਬ੍ਰਹਮਾ ਕੀ ਕਰਦਾ ਵੀ? ਕਰ ਸਕਦਾ ਸੀ ਕੁਛ ਨਹੀਂ। ਉਹਨੇ ਤਰੀਕਾ ਵਰਤਿਆ, ਪੁੱਤ ਕਹਿ ਕੇ ਨੇੜੇ ਲਾ ਲਿਆ। ਤੇ ਫੇਰ ਅੱਜ ਉਹ ਹਿਰਣਕਸ਼ਪ 70% ਬ੍ਰਹਮਾ ਜੀ ਦੇ ਕਾਬੂ ਆ ਗਿਆ। ਆਹ ਇਹ ਦੇਵਤਿਆਂ ਦੀ ਰੀਤੀ, ਐਵੇਂ ਨਹੀਂ ਸਵਰਗਾਂ ਤੇ ਅਗਲੇ ਰਾਜ ਕਰਦੇ ਸੀ। 70% ਕਾਬੂ ਆਇਆ। ਹੁਣ ਉਹ ਮੰਗ ਰੱਖਦਾ, ਤੁਸੀਂ ਜੀ ਤੋਂ ਮੰਗੋਗੇ, ਜਿਹਦੇ ਅੱਗੇ ਹੱਥ ਅੱਡੋਗੇ, ਬੋਲ ਸਕਦੇ ਹੋ ਮਾੜਾ? ਝੁਕਣਾ ਪੈਂਦਾ, ਉਹ ਗਲ ਵੀ ਕੱਢ ਦਿੱਤਾ ਵੀ ਹਾਂਜੀ ਠੀਕ ਹੈ ਜੀ, ਸੌਰੀ, ਅੱਗੋਂ ਧਿਆਨ ਰੱਖ। ਕਹਿੰਦੇ ਬ੍ਰਹਮਾ ਜੀ ਦੀ ਸਿਫਤ ਜਦੋਂ ਹੋਣ ਲੱਗੀ ਨਾ, ਬ੍ਰਹਮਾ ਜੀ ਇੰਨੇ ਪ੍ਰਸੰਨ ਹੋ ਗਏ, ਸੋਚਿਆ ਵੀ ਹੁਣੇ ਜੋ ਵੀ ਮੰਗੇ ਮੈਂ ਸੋ ਹੀ ਦੇ ਦਿਆਂਗਾ। ਨਮੋ ਨਮੋ ਤਵ ਜਾਣ ਮਰਲਾ, ਨਮੋ ਨਮੋ ਚੋ ਮੰਦਨ ਕਿਰਪਾਲਾ। ਸਿਫਤ ਵਿੱਚ ਆਖਦੇ ਨਮੋ ਨਮੋ ਤਬ ਜਾਨ ਮਰਾਲਾ। ਮਰਾਲ ਨਾਮ ਹੈ ਹੰਸ ਦਾ ਤੇ ਜਾਨ ਨਾਮ ਹੈ ਬਾਣੀ ਦਾ, ਸਵਾਰੀ ਦਾ। ਬ੍ਰਹਮਾ ਜੀ ਦੀ ਸਵਾਰੀ ਕੀ ਹੈ? ਜਦੋਂ ਕਿਤੇ ਆਉਂਦੇ ਜਾਂਦੇ ਮੰਨੇ ਜਾਂਦੇ, ਕਹਿੰਦੇ ਉਹ ਹੰਸ ਤੇ ਜਾਂਦੇ, ਵੈਸੇ ਰਹਿੰਦੇ ਉਹ ਕਵਲ ਦੇ ਫੁੱਲ 'ਚ। ਇਸ ਕਰਕੇ ਕਹਿੰਦੇ ਕਵਲਾ ਪਦ, ਕਵਲ ਦੇ ਫੁੱਲ ਵਿੱਚੋਂ ਪੈਦਾ ਹੋਣ ਵਾਲੇ ਬ੍ਰਹਮਾ ਜੀ, ਹੰਸ ਵਰਗੇ ਚਿੱਟੇ ਦਿਲ ਵਾਲੇ ਹੋ, ਹੰਸ ਦੀ ਸਵਾਰੀ ਕਰਦੇ ਹੋ। ਤ੍ਰੈ ਗੁਣ ਘੇਰ ਅਲੰਬ ਗੁੰਜਾਈ, ਆਪਨ ਸ਼ਕਤ ਤੇ ਸ੍ਰਿਸ਼ਟ ਬਣਾਈ। ਆਪਣੀ ਸ੍ਰਿਸ਼ਟੀ ਦੇ ਨਾਲ ਤੁਸੀਂ ਸ੍ਰਿਸ਼ਟੀ ਬਣਾਈ, ਤੁਹਾਨੂੰ ਨਮਸਕਾਰ ਆਪਣੀ ਕਰਾਮਾਤ ਨਾਲ।
ਤੇ ਇਸ ਸ੍ਰਿਸ਼ਟੀ ਵਿੱਚ ਤੁਸੀਂ ਤਿੰਨ ਤਰ੍ਹਾਂ ਦੀ ਮਾਇਆ ਰੱਖ ਦਿੱਤੀ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਕੌਣ ਗੱਲ ਕਰਦਾ ਹੈ? ਹਿਰਣਕਸ਼ਿਪ। ਐਵੇਂ ਨਹੀਂ ਹਰਨਾਕਸ਼ ਬਾਣੀ ਵਿੱਚ ਨਾਮ ਦਰਜ ਹੋ ਗਿਆ। ਐਡੇ ਤਪ ਕਰਨੇ ਪੈਂਦੇ ਆ, ਇੰਨੀ ਬੰਦਗੀ ਕੀਤੀ ਉਹਨੇ। ਕਹਿੰਦੇ ਤੈਨੂੰ ਸਦਾ ਨਮਸਕਾਰ, ਤੇਰੀ ਸਦਾ ਜੈ ਹੋਵੇ। ਦੇਵਤੇ ਤੇ ਤੈਨੂੰ ਜੈ ਜੈਕਾਰ ਕਹਿੰਦੇ ਆ। ਮੈਂ ਰਾਖਸ਼ ਹੋ ਕੇ ਵੀ ਤੇਰੀ ਸਿਫਤ ਗਾਉਂਦਾ ਹਾਂ। ਪ੍ਰਾਣ ਬੁੱਧ ਮਨ ਬੋਹਰ ਰਖੀਕ, ਸਭ ਕੇ ਪ੍ਰੇਰਕ ਹੋ ਬਿਦ ਨੀਕ। ਸਾਰੀ ਸ੍ਰਿਸ਼ਟੀ ਨੂੰ ਪ੍ਰੇਰਨਾ ਦੇਣ ਵਾਲਿਆ, ਮੇਰੇ ਤੇ ਕਿਰਪਾ ਕਰੀ, ਮੈਨੂੰ ਤੁੱਛ ਮਤ ਨਾਲ ਸਮਝਾ ਦਈ। ਮੇਰੀ ਮਤ 'ਚ ਵਿਕਾਰ ਨਾ ਹੋਵੇ, ਮੈਨੂੰ ਉਹ ਦਈ ਜੋ ਮੇਰੇ ਫਾਇਦੇ ਵਿੱਚ ਹੋਵੇ। ਕਿਤੇ ਨਾ ਕਿਤੇ 80% ਤੱਕ ਪਹੁੰਚ ਗਿਆ। ਆਪਣੇ ਮਨੋਰਥ ਤੋਂ ਦੂਰ ਹੋ ਗਿਆ ਨਾ ਅਜੇ ਤੱਕ, ਕਿਉਂਕਿ ਇਹਦੇ 'ਚ ਬ੍ਰਹਮਾ ਜੀ ਨੇ ਇਹ ਫਾਇਦਾ ਕਰਤਾ ਵੀ ਵਿਸ਼ਨੂੰ ਜੀ ਬਚ ਗਏ ਆ। ਬਾਕੀ ਕਿਸੇ ਦਾ ਪਤਾ ਕੋਈ ਨਹੀਂ, ਉਹਨੇ ਆਪਣਾ ਸੱਜਣ ਬਚਾ ਲਿਆ। ਵੀ ਜੇ ਕਿਤੇ ਤਪ ਲੱਗ ਗਿਆ ਸਿਰੇ ਤੇ ਵਿਸ਼ਨੂੰ ਨੇ ਭੱਜੇ ਫਿਰਨਾ ਅੱਗੇ ਪਿੱਛੇ ਵੀ ਮੈਨੂੰ ਬਚਾਓ ਯਾਰ, ਮਾਰ ਦੇਣਾ ਇਹਨੇ, ਕਿਉਂਕਿ ਬੰਦਗੀ ਵਾਲਾ ਵੱਡਾ ਹੈ, ਤਪੱਸਿਆ ਵਾਲਾ ਵੱਡਾ ਹੈ। ਪਰ ਇੱਥੇ ਉਹ ਸਿਫਤਾਂ ਕਰਦਾ, ਤਰਲੇ ਕਰਦਾ, ਪਰ ਅਜੇ ਉਹਦੇ ਮਨ 'ਚ ਖਿਆਲ ਨਹੀਂ ਆਇਆ ਵੀ ਵਿਸ਼ਨੂੰ ਵੀ ਕਿਤੇ ਬੈਠਾ ਦੇਖਦਾ ਹੋਣਾ। ਬ੍ਰਹਮਾ ਜੀ ਕਹਿੰਦੇ ਅੱਜ ਦਿਲ ਦੀ ਗੱਲ ਹੈ, ਤੇਰੇ ਤੋਂ ਮੈਂ ਕੁਝ ਨਹੀਂ ਛੁਪਾਉਂਦਾ, ਹਰ ਪ੍ਰਕਾਰ ਦੀ ਕਰਾਮਾਤ ਤੈਨੂੰ ਦਿਆਂਗਾ। ਧਰਤ ਲੋਕ, ਮਾਤ ਲੋਕ, ਸਵਰਗ ਲੋਕ, ਤੇਰਾ ਹੁਕਮ ਚੱਲੇਗਾ। ਗੁਣ ਅਗਾਧ ਜਗ ਪਾਲਕ ਰੂਪਾ, ਵੇਦ ਰੂਪ ਤੁਮ ਧਰੋ ਅਨੂਪਾ। ਸਿਫਤ ਕਰਦੇ ਕਰਦੇ ਗੱਲ ਕਹਿ ਗਿਆ, ਕਹਿੰਦਾ ਜੀ ਚਾਰੇ ਵੇਦਾਂ ਦਾ ਤੁਸੀਂ ਰੂਪ ਹੋ। ਉਹੀ ਬੰਦਾ ਕਹਿੰਦਾ ਹੈ ਜਿਹੜਾ ਕਹਿੰਦਾ ਸੀ ਧਰਤੀ ਤੇ ਵੇਦ ਨਹੀਂ ਰਹਿਣ ਦੇਣੇ। ਆਖੋ ਸਤਿਨਾਮ। ਇਹ ਰਾਜਨੀਤੀ ਬੰਦਾ ਜਿਹਦੇ ਵਿਰੁੱਧ ਬੋਲਦਾ ਫਿਰ ਉਸੇ ਦੀ ਰੱਖਿਆ ਕਰਦਾ ਹੁੰਦਾ ਰਾਜਨੀਤੀ ਚ। ਐਸੀ ਮੱਤ ਤੇ ਪਰਦਾ ਪਾ ਦਿੱਤਾ ਬ੍ਰਹਮਾ ਜੀ ਨੇ, ਸਿਰ ਤੇ ਹੱਥ ਰੱਖ ਲਿਆ ਵੀ ਜਦ ਤੱਕ ਬਚਾਅ ਹੁੰਦਾ ਬਚੋ, ਜਦ ਤੱਕ ਬਚੋ। ਹੁਣ ਕੀ ਦੇਣ ਲੱਗੇ ਆ? ਉਹਨੇ ਉਹ ਵਰ ਮੰਗਣੇ ਆ ਜਿਹੜੇ ਤੁਸੀਂ ਆਮ ਤੌਰ ਤੇ ਸੁਣੇ ਹੋਏ, ਨਾ ਦਿਨੇ ਮਨਾ ਨਾ ਰਾਤ ਮਰਾਂ, ਨਾ ਸ਼ਸਤਰ ਮਾਰੇ ਨਾ ਅਸਤਰ ਮਾਰੇ। ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ, ਕਥਾ ਬੜੀ ਗਹਿਰੀ ਹੁੰਦੀ ਜਾਣੀ ਹੈ। ਭਗਤ ਪ੍ਰਹਿਲਾਦ ਜੀ ਆਪਣੀ ਰਚਨਾ ਤੋਂ ਸੁਣਾ ਰਹੇ ਆ, ਕਹਿੰਦੇ ਮੇਰੇ ਪਿਤਾ ਨੇ ਐਡਾ ਵੱਡਾ ਤਪ ਕੀਤਾ, ਸਵਰਗਾਂ ਦੇ ਦੇਵਤਿਆਂ ਨੂੰ ਕਈ ਯੁੱਗ ਵਕਤ ਪਾ ਕੇ ਰੱਖਿਆ। ਰੋਟੀ ਨਹੀਂ ਸੀ ਪੱਕਦੀ ਸਵਰਗ 'ਚ, ਭੁੱਖੇ ਤੁਰੇ ਫਿਰਦੇ ਸੀ ਉਹ, ਵੀ ਜੇ ਕਿਤੇ ਉਹ ਆ ਗਿਆ ਰਾਖਸ਼ਾਂ ਦੀ ਫੌਜ ਲੈ ਕੇ ਮਾਰ ਮੁਕਾਏਗਾ। ਇੰਨਾ ਡਰ ਸੀ, ਸਦਾ ਹੀ ਵੈਰ ਚੱਲਿਆ ਹੈ ਰਾਖਸ਼ਾਂ ਦਾ ਤੇ ਦੇਵਤਿਆਂ ਦਾ। ਪਹਿਲੇ ਦਿਨ ਤੋਂ ਚੱਲਦਾ ਹੈ, ਚੱਲਦਾ ਰਹੇਗਾ, ਸਦਾ ਹੀ ਰਹੇਗਾ। ਇਹ ਰੱਬ ਦੀਆਂ ਖੇਡਾਂ ਨੇ, ਜੋ ਜੋ ਹੋਏਗਾ ਖੇਡਾਂ ਵਰਤਣਗੀਆਂ, ਅੱਗੇ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।